ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਧੰਨ ਧੰਨ ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਅਤੇ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿੱਚ ਆਪਣੇ ਘਰਾਂ ਵਿੱਚ ਜੁੜੀ ਹੋਈ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਪਿਛਲੇ ਕੁਝ ਮਹੀਨਿਆਂ ਤੋਂ ਦਸਮ ਪਾਤਸ਼ਾਹ ਵੱਲੋਂ ਨਾਂਦੇੜ ਦੀ ਧਰਤੀ ਤੇ ਕੀਤੇ ਹੋਏ ਜੋ ਸਿੱਖ ਸੰਗਤ ਦੇ ਨਾਮ 52 ਹੁਕਮ 52 ਬਚਨ ਤਿਨਾਂ ਦੀ ਵਿਚਾਰ ਚੱਲ ਰਹੀ ਸੀ। ਉਸ ਵਿਚਾਰ ਲੜੀ ਦੇ ਅਧੀਨ ਹੀ ਜੋ ਅਗਲੇ 5 ਬਚਨ ਨੇ 43 to 48, ਇਹਨਾਂ 5 ਬਚਨਾਂ ਦੇ ਵਿਚਾਰ ਆਪ ਸਰਬੱਤ ਸੰਗਤ ਨਾਲ ਸਾਂਝੀ ਕਰਨੀ ਹੈ। ਸਤਿਗੁਰਾਂ ਦਾ ਜੋ 43rd ਬਚਨ ਹੈ, ਪਾਤਸ਼ਾਹ ਜੀ ਕਹਿੰਦੇ ਬਚਨ ਕਰਕੇ ਪਾਲਣਾ। ਕੀ ਬਚਨ ਹੈ, ਕੀ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ? ਸਤਿਗੁਰੂ ਜੀ ਕਹਿੰਦੇ ਬਚਨ ਕਰਕੇ ਪਾਲਣਾ। ਬਚਨ ਦਾ ਮਤਲਬ ਹੈ ਜੀ ਇੱਥੇ ਵਾਅਦਾ, ਪ੍ਰੋਮਿਸ। ਫੁੱਲਫਿਲ ਆਲ ਪ੍ਰੋਮਿਸਸ ਮੇਡ। ਜਿਹੜਾ ਬਚਨ ਕਰ ਦਿੱਤਾ, ਜਿਹੜਾ ਵਾਅਦਾ, ਜਿਹੜਾ ਪ੍ਰੋਮਿਸ ਕਰ ਦਿੱਤਾ, ਉਸ ਵਾਅਦੇ ਨੂੰ, ਉਸ ਬਚਨ ਨੂੰ ਪੂਰਾ ਕਰਨਾ ਚਾਹੀਦਾ ਹੈ। ਪਾਲਣਾ ਦਾ ਮਤਲਬ ਹੈ ਕਿ ਪੂਰਾ ਕਰਨਾ ਹੈ। ਉਸ ਬਚਨ ਤੋਂ ਮੁੱਕਰ ਨਹੀਂ ਜਾਣਾ, ਉਸ ਬਚਨ ਤੋਂ ਫਿਰ ਨਹੀਂ ਜਾਣਾ। ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਧਿਆਨ ਦੇ ਨਾਲ ਪੜ੍ਹੀਏ ਤਾਂ ਸਤਿਗੁਰਾਂ ਨੇ ਬਾਣੀ ਦੇ ਵਿੱਚ 2 ਇਨਸਾਨਾਂ ਦਾ ਜ਼ਿਕਰ ਵਾਰ-ਵਾਰ ਕੀਤਾ ਹੈ। ਇੱਕ ਨੂੰ ਕਿਹਾ ਗਿਆ ਹੈ ਗੁਰਮੁਖ ਤੇ ਦੂਜੇ ਨੂੰ ਕਿਹਾ ਹੈ ਜੀ ਮਨਮੁਖ। ਇਹਨਾਂ ਦੋਨਾਂ ਇਨਸਾਨਾਂ ਨੂੰ ਸਤਿਗੁਰਾਂ ਨੇ ਬਾਣੀ ਦੇ ਵਿੱਚ ਵੱਖ-ਵੱਖ ਨਾਮ ਵੀ ਦਿੱਤੇ ਨੇ। ਕਿਤੇ ਗੁਰਮੁਖ ਨੂੰ ਸਤਿਗੁਰੂ ਜੀ ਭਗਤ ਵੀ ਕਹਿੰਦੇ ਨੇ, ਕਿਤੇ ਗੁਰਮੁਖ ਨੂੰ ਸੇਵਕ ਵੀ ਕਹਿੰਦੇ ਨੇ, ਕਿਤੇ ਗੁਰਮੁਖ ਨੂੰ ਸਿੱਖ ਵੀ ਕਹਿੰਦੇ ਨੇ, ਗੁਰਸਿੱਖ ਵੀ ਕਹਿੰਦੇ ਨੇ। ਮਨਮੁਖ ਵਾਸਤੇ ਵੀ ਇਸੇ ਤਰ੍ਹਾਂ ਹੋਰ ਵੀ ਕਈ ਨਾਮ ਯੂਜ਼ ਕੀਤੇ ਗਏ ਨੇ। ਸਤਿਗੁਰੂ ਜੀ ਕਹਿੰਦੇ ਇਹਨਾਂ ਦੋਨਾਂ ਦੇ ਵਿੱਚ ਵੱਡਾ ਫਰਕ ਇਹ ਹੈ ਕਿ ਜਿਹੜਾ ਗੁਰਮੁਖ ਹੈ ਉਹ ਗੁਰੂ ਦੇ ਰਾਹ ਤੇ ਚੱਲਦਾ ਹੋਇਆ ਕੀਤੇ ਹੋਏ ਬਚਨ ਨੂੰ ਪੂਰਾ ਕਰੇਗਾ। ਪਰ ਦੂਜੇ ਪਾਸੇ ਜਿਹੜਾ ਮਨਮੁਖ ਹੈ, ਉਹ ਮਨਮੁਖ ਆਪਣਾ ਕੀਤਾ ਹੋਇਆ ਬਚਨ, ਆਪਣਾ ਕੀਤਾ ਹੋਇਆ ਪ੍ਰੋਮਿਸ ਕਦੇ ਪੂਰਾ ਕਰ ਹੀ ਨਹੀਂ ਸਕਦਾ। ਬਾਣੀ ਦਾ ਬੜਾ ਪਿਆਰਾ ਬਚਨ ਹੈ ਸਤਿਗੁਰਾਂ ਦਾ। ਪਾਤਸ਼ਾਹ ਜੀ ਕਹਿੰਦੇ ਬਚਨ ਕਰੇ ਤੇ ਖਿਸਕ ਜਾਏ, ਬੋਲੇ ਸਭ ਕੱਚਾ। ਜਿਹੜਾ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਇਨਸਾਨ ਹੈ, ਮਨਮੁਖ ਹੈ, ਉਹਦੇ ਕੀਤੇ ਹੋਏ ਬਚਨ ਤੇ ਉਹਦੇ ਕੀਤੇ ਹੋਏ ਵਾਅਦੇ ਤੇ ਕਦੇ ਯਕੀਨ ਕੀਤਾ ਹੀ ਨਹੀਂ ਜਾ ਸਕਦਾ। ਕਿਉਂ? ਕਿਉਂਕਿ ਉਹ ਆਪਣਾ ਕੀਤਾ ਹੋਇਆ ਵਾਅਦਾ, ਕੀਤਾ ਹੋਇਆ ਬਚਨ ਕਦੇ ਪੂਰਾ ਕਰਦਾ ਹੀ ਨਹੀਂ ਹੈ। ਹਿਸਟਰੀ ਵੱਲ ਝਾਤੀ ਮਾਰੀਏ, ਧਿਆਨ ਮਾਰੀਏ ਤੇ ਕੀ ਪਤਾ ਲੱਗਦਾ ਹੈ, ਔਰੰਗਜ਼ੇਬ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪ੍ਰੋਮਿਸ ਕੀਤਾ ਸੀ ਕਿ ਤੁਸੀਂ ਕਿਲੇ ਨੂੰ ਛੱਡ ਕੇ ਚਲੇ ਜਾਓ, ਤੁਹਾਡੇ ਉੱਤੇ ਕੋਈ ਹਮਲਾ ਨਹੀਂ ਕੀਤਾ ਜਾਏਗਾ। ਪਰ ਜਦੋਂ ਸਤਿਗੁਰੂ ਜੀ ਕਿਲੇ ਦੇ ਵਿੱਚੋਂ ਨਿਕਲਦੇ ਨੇ ਤੇ ਸਾਰੀਆਂ ਕਸਮਾਂ, ਸਾਰੇ ਵਾਅਦੇ ਤੋੜ ਕੇ ਸਤਿਗੁਰਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ। ਤੇ ਜਦੋਂ ਅੱਲਾ ਯਾਰ ਖਾਂ ਜੋਗੀ ਨੂੰ ਪੜ੍ਹੀਏ ਤੇ ਫਿਰ ਉਹ ਵੀ ਇਹ ਗੱਲ ਕਹਿੰਦਾ ਹੈ, ਕਹਿੰਦਾ ਦੋਖਾ ਦੀਆ ਪੈਮਾ ਸ਼ਿਕਨੋਂ ਨੇ। ਮਤਲਬ ਕਿ ਜਿਹੜੇ ਪੈਮਾ ਸ਼ਿਕਨ ਕਹਿੰਦੇ ਨੇ ਜੀ ਵਾਅਦਾ ਕਰਕੇ ਮੁੱਕਰ ਜਾਣ ਵਾਲਾ, ਕਹਿੰਦੇ ਉਹਨਾਂ ਨੇ ਜਿਨ੍ਹਾਂ ਨੇ ਵਾਅਦੇ ਤਾਂ ਕੀਤੇ
ਪਰ ਵਾਅਦਾ ਕਰਕੇ ਮੁੱਕਰ ਗਏ, ਉਹਨਾਂ ਨੇ ਧੋਖਾ ਦੇ ਦਿੱਤਾ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਹਮਲਾ ਕਰ ਦਿੱਤਾ। ਤੇ ਜਦੋਂ ਫਿਰ ਗੁਰਮੁਖ ਦਾ ਜ਼ਿਕਰ ਸਤਿਗੁਰੂ ਜੀ ਬਾਣੀ ਦੇ ਵਿੱਚ ਕਰਦੇ ਨੇ, ਧਿਆਨ ਦਿਓ, ਜਿਹੜਾ ਰੱਬ ਦੇ ਨਾਲੋਂ ਟੁੱਟਾ ਹੋਇਆ ਹੈ, ਜਿਹੜਾ ਮਨਮੁਖ ਇਨਸਾਨ ਹੈ, ਉਹ ਵਚਨ ਤਾਂ ਕਰ ਲਏਗਾ ਪਰ ਕੀਤੇ ਹੋਏ ਵਚਨ ਨੂੰ ਉਹ ਕਦੇ ਪੂਰਾ ਨਹੀਂ ਜੇ ਕਰ ਪਾਉਂਦਾ, ਕਿਉਂਕਿ ਉਹਦਾ ਆਪਣਾ ਮਨ ਟਿਕਾ ਦੇ ਵਿੱਚ ਨਹੀਂ, ਹਮੇਸ਼ਾ ਡੋਲਦਾ ਰਹਿੰਦਾ ਹੈ। ਤੇ ਐਸੇ ਡੋਲਣ ਵਾਲੇ ਇਨਸਾਨ ਦੀ ਜ਼ੁਬਾਨ ਵੀ ਪੈਰ ਪੈਰ ਤੇ ਬਦਲਦੀ ਰਹਿੰਦੀ ਹੈ, ਉਹ ਵਾਅਦਾ ਪੂਰਾ ਨਹੀਂ ਕਰ ਪਾਏਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਬਚਨ ਕਰਕੇ ਪਾਲਣਾ ਹੈ, ਜੇਕਰ ਵਾਅਦਾ ਕੀਤਾ ਹੈ ਤੇ ਚਾਹੇ ਸਰੀਰ ਹੀ ਕਿਉਂ ਨਾ ਲੱਗ ਜਾਏ, ਸਰੀਰ ਹੀ ਦੇਣਾ ਕਿਉਂ ਨਾ ਪੈ ਜਾਏ, ਸੈਕਰੀਫਾਈਸ ਹੀ ਕਿਉਂ ਨਾ ਕਰਨਾ ਪੈ ਜਾਏ, ਕੀਤੇ ਹੋਏ ਵਾਅਦੇ ਨੂੰ ਕਦੇ ਵੀ ਤੋੜਨਾ ਨਹੀਂ, ਉਹਨੂੰ ਪੂਰਾ ਕਰਨਾ ਹੈ। ਤੇ ਪੂਰਾ ਕਰਦਾ ਕੌਣ ਹੈ? ਸਤਿਗੁਰੂ ਜੀ ਕਹਿੰਦੇ ਪੂਰਾ ਕਰੇਗਾ ਗੁਰਮੁਖ, ਗੁਰੂ ਦੇ ਰਾਹ ਤੇ ਚੱਲਣ ਵਾਲਾ। ਕਿਉਂਕਿ ਜਿਹੜਾ ਗੁਰੂ ਦੇ ਰਾਹ ਤੇ ਚੱਲਦਾ ਪਿਆ ਹੈ ਨਾ, ਉਹ ਰਸਤੇ ਨੂੰ ਅਪਣਾਉਂਦਾ ਹੋਇਆ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਹੋਇਆ ਜੀਵਨ ਦੇ ਵਿੱਚ ਇੱਕ ਦਿਨ ਐਸਾ ਆਉਂਦਾ ਹੈ ਕਿ ਉਹ ਸੂਰਮਾ ਬਣ ਜਾਂਦਾ ਹੈ। ਧਿਆਨ ਦਿਓ, ਵੱਖ-ਵੱਖ ਨਾਂ ਸਤਿਗੁਰਾਂ ਨੇ ਗੁਰਮੁਖ ਨੂੰ ਦਿੱਤੇ ਨੇ, ਤੇ ਉਹਨਾਂ ਕਈ ਨਾਵਾਂ ਦੇ ਵਿੱਚੋਂ, ਕਈ ਉਪਾਧੀਆਂ ਦੇ ਵਿੱਚੋਂ ਇੱਕ ਉਪਾਧੀ ਇਹ ਵੀ ਹੈ ਕਿ ਜਿਹੜਾ ਗੁਰੂ ਦੇ ਰਾਹ ਦਾ ਪਾਂਧੀ ਬਣ ਗਿਆ, ਸਤਿਗੁਰੂ ਜੀ ਉਸ ਨੂੰ ਸੂਰਮਾ ਵੀ ਕਹਿੰਦੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਪੜ੍ਹਿਓ, ਪਾਤਸ਼ਾਹ ਜੀ ਕੀ ਕਹਿ ਰਹੇ ਨੇ? ਕਹਿੰਦੇ ਜਾ ਕਉ ਹਰ ਰੰਗ ਲਾਗੋ ਇਸ ਜੁਗ ਮਹਿ। ਇਹ ਗੁਰਮੁਖ ਦੀ ਪਹਿਚਾਣ ਹੈ। ਕਹਿੰਦੇ ਜਿਸ ਇਨਸਾਨ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਗਿਆ, ਜਿਸ ਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ, ਉਹ ਕੌਣ ਹੈ ਜੀ? ਉਹ ਕੀ ਬਣਿਆ? ਸਤਿਗੁਰੂ ਜੀ ਕਹਿੰਦੇ ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਸੂਰਮਾ ਹੈ। ਤੇ ਜਿਹੜਾ ਸੂਰਮਾ ਬਣ ਗਿਆ, ਸੂਰਮਾ ਆਪਣਾ ਆਪ ਤਾਂ ਨਿਸ਼ਾਵਰ ਕਰ ਦੇਗਾ, ਪਰ ਕੀਤਾ ਹੋਇਆ ਵਾਅਦਾ ਕਦੇ ਤੋੜੇਗਾ ਨਹੀਂ। ਬਾਣੀ ਦਾ ਬਚਨ ਪੜ੍ਹ ਲਓ, ਸਤਿਗੁਰੂ ਜੀ ਕਹਿੰਦੇ ਸੂਰਬੀਰ ਬਚਨ ਕੇ ਬਲੀ। ਸੂਰਬੀਰ, ਸੂਰਬੀਰ ਦਾ ਮਤਲਬ ਹੈ ਜੀ ਸੂਰਮਾ, ਵਾਰੀਅਰ। ਸਤਿਗੁਰੂ ਜੀ ਕਹਿੰਦੇ ਜਿਹੜਾ ਸੂਰਮਾ ਹੈ, ਸੂਰਬੀਰ ਹੈ, ਬਚਨ ਕੇ ਬਲੀ। ਬਚਨ ਕੇ ਬਲੀ ਦਾ ਮਤਲਬ ਹੈ ਜਿਹੜੀ ਜ਼ੁਬਾਨ ਉਸ ਸੂਰਮੇ ਨੇ ਇੱਕ ਵਾਰ ਕਰ ਦਿੱਤੀ, ਜਿਹੜਾ ਵਾਅਦਾ ਇੱਕ ਵਾਰ ਉਸ ਸੂਰਮੇ ਨੇ, ਸੂਰਬੀਰ ਨੇ ਕਰ ਦਿੱਤਾ, ਸਤਿਗੁਰੂ ਜੀ ਕਹਿੰਦੇ ਉਹ ਆਪਣਾ ਆਪ ਕੁਰਬਾਨ ਕਰਕੇ ਵੀ ਉਸ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਦਾ ਹੈ। ਆਪਣੀ ਸੁਰਤ ਨੂੰ ਕਿਤੇ ਲੈ ਕੇ ਜਾਓ, ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਜੀ ਬਿਰਾਜਮਾਨ ਨੇ, ਗੁਰੂ ਤੇਗ ਬਹਾਦਰ ਮਹਾਰਾਜ। ਤੇ ਸਤਿਗੁਰਾਂ ਦੇ ਕੋਲ ਕਸ਼ਮੀਰ ਤੋਂ ਕੁਝ ਪੰਡਿਤ ਚੱਲ ਕੇ ਆਉਂਦੇ ਨੇ। ਇਤਿਹਾਸ ਨੂੰ ਪੜ੍ਹੀਏ ਤੇ ਇਤਿਹਾਸਕ ਗ੍ਰੰਥਾਂ ਦੇ ਵਿੱਚੋਂ ਤੁਹਾਨੂੰ ਹਵਾਲਾ ਮਿਲੇਗਾ, ਲਿਖਿਆ ਮਿਲਦਾ ਹੈ, ਕਹਿੰਦੇ ਦੁਖੀ ਵਿਪਰ ਚੱਲ ਆਏ ਪੁਰੀ ਆਨੰਦ। ਜਦੋਂ ਔਰੰਗਜ਼ੇਬ ਨੇ ਜ਼ੁਲਮ ਕੀਤਾ, ਉਹਦੇ ਜ਼ੁਲਮ ਦੇ ਸਤਾਏ ਹੋਏ ਜਿਹੜੇ ਕਸ਼ਮੀਰੀ ਪੰਡਿਤ ਨੇ, ਕਸ਼ਮੀਰ ਦੇ ਵਿੱਚ ਰਹਿਣ ਵਾਲੇ ਪੰਡਿਤ ਨੇ, ਬ੍ਰਾਹਮਣ ਨੇ, ਉਹ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ। ਰੀਜ਼ਨ ਕੀ ਹੈ ਆਉਣ ਦਾ? ਕਿ ਔਰੰਗਜ਼ੇਬ ਜਿਹੜਾ ਏ ਉਹ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਕਨਵਰਟ ਕਰਦਾ ਪਿਆ, ਜ਼ਬਰਦਸਤੀ। ਜਿਹੜਾ ਤੇ ਇਸਲਾਮ ਕਬੂਲ ਕਰ ਲੈਂਦਾ ਹੈ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਹੈ, ਪਰ ਜਿਹੜਾ ਨਹੀਂ ਕਰਦਾ ਉਹਨੂੰ ਖਤਮ ਕਰ ਦਿੱਤਾ ਜਾਂਦਾ ਹੈ। ਧਰਮ ਖਤਰੇ ਦੇ ਵਿੱਚ ਹੈ ਤੇ ਚਾਰੇ ਪਾਸਿਓਂ ਉਹਨਾਂ ਨੂੰ ਕੋਈ ਆਸ ਦੀ ਕਿਰਨ ਨਹੀਂ ਨਜ਼ਰ ਆ ਰਹੀ, ਕੋਈ ਐਸਾ ਨਹੀਂ ਨਜ਼ਰ ਆ ਰਿਹਾ ਟਿਕਾਣਾ ਜਿੱਥੋਂ ਉਹਨਾਂ ਦੀ ਕੋਈ ਮਦਦ ਹੋ ਸਕੇ। ਤੇ ਅੰਤ ਨੂੰ ਪੰਡਿਤ ਕਿਰਪਾ ਰਾਮ ਜਿਹੜਾ ਅਗਵਾਈ ਕਰ ਰਿਹਾ, ਉਹ ਸਲਾਹ ਕਰਦਾ ਹੈ, ਮਸ਼ਵਰਾ ਦਿੰਦਾ ਹੈ, ਕਹਿੰਦਾ ਇਸ ਪੂਰੇ ਸੰਸਾਰ ਦੇ ਵਿੱਚ ਜੇਕਰ ਕੋਈ ਸਾਡੀ ਮਦਦ ਕਰ ਸਕਦਾ ਤਾਂ ਇੱਕ ਹੀ ਘਰ ਹੈ। ਉਹ ਕਿਹੜਾ ਜੀ? ਕਹਿੰਦੇ ਉਹ ਘਰ ਹੈ ਗੁਰੂ ਨਾਨਕ ਸਾਹਿਬ ਦਾ। ਤੇ ਗੁਰਗੱਦੀ ਤੇ ਇਸ ਟਾਈਮ ਬਿਰਾਜਮਾਨ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ, 9ਵੇਂ ਪਾਤਸ਼ਾਹ। ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਸਤਿਗੁਰਾਂ ਦੇ ਆਣ ਕੇ ਆਪਣੀ ਬੇਨਤੀ ਰੱਖੀ, ਆਪਣੀ ਪ੍ਰੋਬਲਮ ਰੱਖੀ, ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ ਫਿਰ ਕਿਹਾ, ਜਦੋਂ ਪੰਡਤਾਂ ਨੇ ਕਿਹਾ ਨਾ ਕਿ ਦੁਖੀ ਵਿਪਰ ਚੱਲ ਆਏ ਪੁਰੀ ਆਨੰਦ, ਬਾਹ ਹਮਾਰੀ ਪਕੜੀਏ ਸ੍ਰੀ ਹਰਗੋਬਿੰਦ ਕੇ ਚੰਦ। ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ, ਕਿਰਪਾ ਕਰੋ, ਸਾਡੀ ਡੋਲਦਿਆਂ ਹੋਇਆਂ ਦੀ, ਡੁੱਬਦਿਆਂ ਹੋਇਆਂ ਦੀ ਬਾਹ ਪਕੜੋ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਫਿਰ ਉੱਥੇ ਬਚਨ ਕੀਤਾ, ਕਹਿਣ ਲੱਗੇ ਜਾਓ ਔਰੰਗਜ਼ੇਬ ਨੂੰ ਜਾ ਕੇ ਕਹਿ ਦੋ, ਜੇਕਰ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਵੇ ਤੇ ਸਾਰਾ ਹਿੰਦੁਸਤਾਨ ਜਿਹੜਾ ਉਹ ਇਸਲਾਮ ਕਬੂਲ ਕਰ ਲਵੇਗਾ, ਮੁਸਲਮਾਨ ਹੋ ਜਾਏਗਾ। ਤੇ ਸਤਿਗੁਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਸ਼ਰਤਾਂ ਰੱਖੀਆਂ ਗਈਆਂ, ਤਸੀਹੇ ਦਿੱਤੇ ਗਏ।
ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਆਪ ਤਾਂ ਕੁਰਬਾਨ ਕਰ ਦਿੱਤਾ, ਪਰ ਜਿਹੜਾ ਵਾਅਦਾ, ਜਿਹੜਾ ਬਚਨ, ਜਿਹੜਾ ਪ੍ਰੋਮਿਸ ਹਿੰਦੂ ਪੰਡਤਾਂ ਦੇ ਨਾਲ, ਬ੍ਰਾਹਮਣਾਂ ਦੇ ਨਾਲ ਕੀਤਾ, ਉਸ ਕੀਤੇ ਹੋਏ ਬਚਨ ਨੂੰ ਤੋੜਿਆ ਨਹੀਂ। ਇਹ ਪਹਿਚਾਣ ਹੈ ਉਸ ਇਨਸਾਨ ਦੀ, ਉਸ ਗੁਰਮੁਖ ਦੀ, ਜਿਹੜਾ ਗੁਰੂ ਦੇ ਰਾਹ ਤੇ ਚੱਲ ਕੇ ਸੂਰਮਾ ਬਣ ਚੁੱਕਾ ਹੈ, ਜਿਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋ ਗਿਆ, ਤੇ ਜਿਹੜਾ ਪਿਆਰ ਦੇ ਵਿੱਚ ਰੰਗਿਆ ਗਿਆ ਰੱਬ ਦੇ ਨਾਲ। ਸਤਿਗੁਰੂ ਜੀ ਕਹਿੰਦੇ ਉਹ ਕਦੇ ਵੀ ਕੀਤੇ ਹੋਏ ਬਚਨ ਨੂੰ ਤੋੜਦਾ ਨਹੀਂ ਹੈ, ਉਹ ਹਮੇਸ਼ਾ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਕਰੇਗਾ। ਤੇ ਵੈਸੇ ਸਿਆਣੇ ਵੀ ਕਹਿੰਦੇ ਨੇ, ਕਹਿੰਦੇ ਜਦੋਂ ਇਨਸਾਨ ਖੁਸ਼ੀ ਦੇ ਮਾਹੌਲ ਦੇ ਵਿੱਚ ਹੋਵੇ, ਬਹੁਤ ਜ਼ਿਆਦਾ ਖੁਸ਼ ਹੋਵੇ, ਉਸ ਟਾਈਮ ਤੇ ਇਸ ਇਨਸਾਨ ਨੂੰ ਕੋਈ ਵੀ ਵਾਅਦਾ ਨਹੀਂ ਕਰਨਾ ਚਾਹੀਦਾ। ਰੀਜ਼ਨ, ਕਹਿੰਦੇ ਖੁਸ਼ੀ ਦੇ ਵਿੱਚ ਇਨਸਾਨ ਇਹ ਭੁੱਲ ਜਾਂਦਾ ਹੈ ਕਿ ਮੈਂ ਕਿਹੜਾ ਵਾਅਦਾ, ਕਿਹੜਾ ਬਚਨ ਕਿਸੇ ਦੇ ਨਾਲ ਕਰਨ ਲੱਗਾ। ਤੇ ਸਤਿਗੁਰੂ ਜੀ ਕਹਿੰਦੇ ਚਾਹੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਕਿਸੇ ਵੀ ਮਾਹੌਲ ਦੇ ਵਿੱਚ ਵਾਅਦਾ ਕੀਤਾ ਹੋਵੇ, ਚਾਹੇ ਖੁਸ਼ੀ ਦਾ ਹੋਏ, ਚਾਹੇ ਗਮੀ ਦਾ ਮਾਹੌਲ ਹੋਏ, ਚਾਹੇ ਇਨਸਾਨ ਦੁੱਖ ਦੀ ਅਵਸਥਾ ਦੇ ਵਿੱਚ ਹੋਵੇ, ਜੇਕਰ ਕੋਈ ਵਾਅਦਾ ਕਰ ਦਿੱਤਾ ਹੈ ਤੇ ਉਸ ਇਨਸਾਨ ਦਾ ਇਹ ਫਰਜ਼ ਬਣ ਜਾਂਦਾ ਹੈ, ਇਹ ਡਿਊਟੀ ਬਣ ਜਾਂਦੀ ਹੈ ਕਿ ਆਪਣੇ ਕੀਤੇ ਹੋਏ ਵਾਅਦੇ ਨੂੰ ਪੂਰਾ ਜ਼ਰੂਰ ਕਰੇ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ 43ਵਾਂ ਵਚਨ ਹੀ ਇਹ ਕਰਦੇ ਪਏ ਨੇ। ਕਹਿੰਦੇ ਭਲਿਓ ਬਚਨ ਕਰਕੇ ਪਾਲਣਾ। ਜੇਕਰ ਤੁਸੀਂ ਕਿਸੇ ਨੂੰ ਆਪਣੀ ਜ਼ੁਬਾਨ ਦੇ ਦਿੱਤੀ ਹੈ, ਆਪਣਾ ਸ਼ਬਦ, ਆਪਣਾ ਵਰਡ ਕਿਸੇ ਨੂੰ ਦੇ ਦਿੱਤਾ ਹੈ, ਯੂ ਸ਼ੁੱਡ ਹੈਵ ਕੀਪ ਯੂਰ ਵਰਡ। ਆਪਣਾ ਕੀਤਾ ਹੋਇਆ ਵਾਅਦਾ ਤੁਹਾਨੂੰ ਜ਼ਰੂਰ ਹੀ ਪੂਰਾ ਕਰਨਾ ਚਾਹੀਦਾ ਹੈ, ਉਹਦੇ ਲਈ ਕੀਮਤ ਚਾਹੇ ਕੋਈ ਵੀ ਤਾਰਨੀ ਪੈ ਜਾਏ। ਤੇ ਸਤਿਗੁਰੂ ਜੀ ਅਗਲੇ ਬਚਨ ਦੇ ਵਿੱਚ ਸਾਨੂੰ ਸਮਝਾ ਰਹੇ ਨੇ। ਪਾਤਸ਼ਾਹ ਜੀ ਕਹਿੰਦੇ ਅਤਿਥੀ, 44ਵਾਂ ਬਚਨ ਜਿਹੜਾ ਹੈ, ਸਤਿਗੁਰੂ ਜੀ ਕਹਿੰਦੇ ਅਤਿਥੀ, ਪਰਦੇਸੀ, ਲੋੜਵੰਦ, ਦੁਖੀ, ਅਪੰਗ ਮਨੁੱਖ ਮਾਤਰ ਦੀ ਜਥਾ ਸ਼ਕਤ ਸੇਵਾ ਕਰਨੀ। ਇਹਦਾ ਮਤਲਬ ਹੈ ਜੀ ਡੂ ਸੈਲਫਲੈਸ ਸਰਵਿਸ ਫॉर ਗੈਸਟਸ, ਫੋਰਨਰਸ, ਦਾ ਨੀਡੀ, ਟਰਬਲਡ ਐਂਡ ਦਾ ਡਿਸੇਬਲਡ। ਸਤਿਗੁਰੂ ਜੀ ਕਹਿੰਦੇ ਜਿੰਨੇ ਵੀ ਨੇ, ਭਾਵੇਂ ਅਤਿਥੀ, ਅਤਿਥੀ ਦਾ ਮਤਲਬ ਹੁੰਦਾ ਹੈ ਜੀ, ਵੈਸੇ ਹਿੰਦੀ ਦੇ ਵਿੱਚ ਤਿਥ ਕਿਹਾ ਜਾਂਦਾ ਹੈ ਜੀ ਤਰੀਕ ਨੂੰ, ਡੇਟ। ਉਹ ਗੈਸਟ ਜਿਹੜਾ ਤੁਹਾਡੇ ਨਾਲ ਫੋਨ ਤੇ ਕੰਟੈਕਟ ਕਰਕੇ ਤੁਹਾਡੇ ਘਰ ਦੇ ਵਿੱਚ ਆਇਆ ਹੈ, ਜਿਹੜਾ ਤੁਹਾਡੇ ਨਾਲ ਟਾਈਮ ਡਿਸਕਸ ਕਰਕੇ ਤੁਹਾਡੇ ਘਰ ਦੇ ਵਿੱਚ ਪਹੁੰਚਿਆ ਹੈ, ਉਹਦੀ ਤਿਆਰੀ ਤੁਸੀਂ ਪਹਿਲਾਂ ਹੀ ਕਰਕੇ ਰੱਖੋਗੇ। ਉਹਦੇ ਖਾਣੇ ਦੀ, ਉਹਦੇ ਲੰਚ ਦੀ ਜਾਂ ਡਿਨਰ ਦੀ, ਉਹਦੀ ਪ੍ਰੈਪਰੇਸ਼ਨ ਜਿਹੜੀ ਹੈ ਤੁਸੀਂ ਪਹਿਲਾਂ ਹੀ ਕਰਕੇ ਰੱਖ ਲਓਗੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਗੈਸਟ ਆਉਣ ਵਾਲਾ ਹੈ। ਉਹਦਾ ਤੁਸੀਂ ਵੈਲਕਮ ਕਰਨ ਵਾਸਤੇ ਪੂਰਾ ਖਿਆਲ ਰੱਖੋਗੇ ਕਿ ਕੀ ਉਸ ਨੂੰ ਕੋਈ ਪਰੇਸ਼ਾਨੀ ਨਾ ਆ ਜਾਏ। ਪਰ ਦੂਸਰੇ ਪਾਸੇ ਇਹਦਾ ਆਪੋਜ਼ਿਟ ਵਰਡ ਹੈ ਅਤਿਥੀ। ਅਤਿਥੀ ਦਾ ਮਤਲਬ ਹੈ ਉਹ ਗੈਸਟ ਜਿਹੜਾ ਬਿਨਾਂ ਦੱਸਿਆਂ, ਬਿਨਾਂ ਕਿਸੇ ਕੰਟੈਕਟ ਦੇ ਤੁਹਾਡੇ ਘਰ ਦੇ ਵਿੱਚ ਆ ਜਾਏ। ਤੁਹਾਨੂੰ ਆਸ ਨਹੀਂ ਸੀ ਕਿ ਇਸ ਟਾਈਮ ਤੇ ਕੋਈ ਆਏਗਾ, ਪਰ ਆ ਗਿਆ, ਉਹਨੂੰ ਕਹਿੰਦੇ ਨੇ ਅਤਿਥੀ। ਬਿਨਾਂ ਕਿਸੇ ਕਮਿਊਨੀਕੇਸ਼ਨ ਦੇ ਤੁਹਾਡੇ ਘਰ ਦੇ ਵਿੱਚ ਜਿਹੜਾ ਗੈਸਟ ਆ ਚੁੱਕਾ ਹੈ, ਉਸ ਨੂੰ ਅਤਿਥੀ ਕਹਿੰਦੇ ਨੇ। ਤੇ ਸਤਿਗੁਰੂ ਜੀ ਕਹਿ ਰਹੇ ਨੇ, ਕਹਿੰਦੇ ਅਤਿਥੀ ਭਾਵੇਂ ਉਹ ਤੁਹਾਡੇ ਨਾਲ ਗੱਲ ਕਰਕੇ ਆਇਆ ਹੈ, ਤੁਹਾਡੇ ਨਾਲ ਕੰਟੈਕਟ ਕਰਕੇ ਆਇਆ ਹੈ, ਚਾਹੇ ਬਿਨਾਂ ਕੰਟੈਕਟ ਤੋਂ ਆਇਆ, ਜੇਕਰ ਪਹੁੰਚ ਗਏ ਤੁਹਾਡੇ ਘਰ ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਉਸ ਅਤਿਥੀ ਦੀ ਯਥਾ ਸ਼ਕਤ ਸੇਵਾ ਕੀਤੀ ਜਾਵੇ। ਜੋ ਵੀ ਘਰ ਦੇ ਵਿੱਚ ਹੋਵੇ, ਇਹ ਨਹੀਂ ਕਿ ਘਰ ਦੇ ਵਿੱਚ ਪ੍ਰਾਹੁਣਾ ਕੋਈ ਗੈਸਟ ਆ ਗਿਆ, ਤੁਹਾਡੇ ਨਾਲ ਉਹਨੇ ਕੰਟੈਕਟ ਕੋਈ ਨਹੀਂ ਕੀਤਾ ਤੇ ਤੁਸੀਂ ਉਹਦੇ ਵਾਸਤੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਓ। ਜਾਂ ਤੁਹਾਡੇ ਚਿਹਰੇ ਦੇ ਉੱਤੇ ਪਰੇਸ਼ਾਨੀ ਆ ਜਾਏ, ਜਿਸ ਪਰੇਸ਼ਾਨੀ ਨੂੰ ਪੜ੍ਹ ਕੇ ਘਰ ਵਿੱਚ ਆਇਆ ਹੋਇਆ ਜਿਹੜਾ ਅਤਿਥੀ ਹੈ, ਉਹ ਇਹ ਅੰਦਾਜ਼ਾ ਲਗਾ ਲਏ ਕਿ ਮੇਰੇ ਇੱਥੇ ਆਉਣ ਦੇ ਨਾਲ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਖੁਸ਼ੀ ਪੈਦਾ ਨਹੀਂ ਹੋਈ, ਸਗੋਂ ਮੈਂ ਤੁਹਾਨੂੰ ਆਣ ਕੇ ਦੁੱਖ ਪੈਦਾ ਤੁਹਾਡੇ ਅੰਦਰ ਕਰ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਐਸੀ ਸਿਚੁਏਸ਼ਨ ਦੇ ਵਿੱਚ ਵੀ ਜੇਕਰ ਕੋਈ ਅਤਿਥੀ ਆ ਗਿਆ ਹੈ ਤੇ ਉਹਦਾ ਸੇਵਾ ਭਗਤ ਕਰਨੀ, ਉਹਦਾ ਵੈਲਕਮ ਕਰਨਾ ਤੁਹਾਡਾ ਫਰਜ਼ ਹੈ। ਅਤਿਥੀ। ਪਰਦੇਸੀ, ਪਰਦੇਸੀ ਦਾ ਮਤਲਬ ਹੈ ਜੀ ਫੋਰਨਰ, ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਜਾਣ ਵਾਲਾ। ਸਤਿਗੁਰੂ ਜੀ ਕਹਿੰਦੇ ਜੇਕਰ ਉਹ ਆ ਗਿਆ ਤੇ ਉਹਦੀ ਵੀ ਜਿੱਥੋਂ ਤੱਕ ਹੋ ਸਕੇ ਮਦਦ ਜ਼ਰੂਰ ਕਰਨੀ ਹੈ। ਲੋੜਵੰਦ ਤੇ ਦੁਖੀ, ਇਹ ਦੋਨੋਂ ਵਰਡ ਜਿਹੜੇ ਨੇ ਇਹ ਬੜੇ ਕਲੋਜ਼ ਨੇ ਆਪਸ ਦੇ ਵਿੱਚ। ਇੱਥੇ ਥੋੜਾ ਜਿਹਾ ਧਿਆਨ ਦੇਣਾ ਪਏਗਾ ਕਿ ਦੁਖੀ ਜਿਹੜਾ ਹੈ ਉਹ ਲੋੜਵੰਦ ਵੀ ਹੋ ਸਕਦਾ ਹੈ, ਹੋਵੇਗਾ, ਪਰ ਜਿਹੜਾ ਲੋੜਵੰਦ ਹੈ ਜ਼ਰੂਰੀ ਨਹੀਂ ਕਿ ਉਹ ਦੁਖੀ ਵੀ ਹੋਵੇ। ਦੁਖੀ ਲੋੜਵੰਦ ਹੋ ਸਕਦਾ ਹੈ, ਹੋਵੇਗਾ ਵੀ, ਪਰ ਜ਼ਰੂਰੀ ਨਹੀਂ ਕਿ ਜਿਹੜਾ ਲੋੜਵੰਦ ਹੈ ਉਹ ਦੁਖੀ ਵੀ ਹੋਵੇ।
ਕਈ ਵਾਰ ਇਨਸਾਨ ਦੁਖੀ ਤਾਂ ਨਹੀਂ, ਪਰ ਕਿਸੇ ਚੀਜ਼ ਦੀ ਉਸ ਨੂੰ ਲੋੜ ਹੁੰਦੀ ਹੈ, ਤੇ ਜੇਕਰ ਕਿਸੇ ਵਸਤੂ ਦੀ, ਕਿਸੇ ਪਦਾਰਥ ਦੀ ਲੋੜ ਹੈ ਤੇ ਤੁਹਾਡੇ ਕੋਲ ਉਹ ਹੈ, ਤਾਂ ਤੁਸੀਂ ਉਸ ਲੋੜਵੰਦ ਦੀ ਲੋੜ ਪੂਰੀ ਕਰ ਸਕਦੇ ਹੋ। ਐਗਜ਼ਾਮਪਲ ਦੇ ਤੌਰ ਤੇ ਕੋਈ ਇਨਸਾਨ ਆਪਣੇ ਘਰ ਦੇ ਵਿੱਚ ਆਪਣਾ ਪਰਸ ਹੀ ਭੁੱਲ ਗਿਆ। ਹੁਣ ਉਹ ਦੁਖੀ ਨਹੀਂ ਹੈ, ਉਹਨੇ ਆਪਣੇ ਸ਼ਹਿਰ ਤੋਂ ਕਿਸੇ ਦੂਸਰੇ ਸ਼ਹਿਰ ਦੇ ਵਿੱਚ ਜਾਣਾ ਹੈ, ਬੱਸ ਦੇ ਵਿੱਚ ਉਹ ਐਂਟਰ ਕਰ ਚੁੱਕਾ ਹੈ, ਸਵਾਰ ਹੋ ਚੁੱਕਾ ਹੈ। ਜਦੋਂ ਟਿਕਟ ਵਾਲਾ ਆਏ, ਆਪਣੇ ਜੇਬ ਦੇ ਵਿੱਚ ਉਹ ਹੱਥ ਮਾਰਦਾ ਹੈ, ਪਰਸ ਕੱਢਣ ਦੀ ਕੋਸ਼ਿਸ਼ ਕਰਦਾ ਹੈ, ਪਰਸ ਤਾਂ ਘਰ ਦੇ ਵਿੱਚ ਭੁੱਲ ਗਿਆ। ਹੁਣ ਉਹਦੀ ਲੋੜ ਹੈ ਪੈਸੇ, ਤਾਂ ਕਿ ਉਹ ਟਿਕਟ ਖਰੀਦ ਸਕੇ। ਉਹ ਦੁਖੀ ਨਹੀਂ ਹੈ, ਉਹਨੂੰ ਲੋੜ ਹੈ ਕੁਝ ਪੈਸਿਆਂ ਦੀ, ਤਾਂ ਕਿ ਉਹ ਪੈਸੇ ਟਿਕਟ ਖਰੀਦ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਸਤਿਗੁਰੂ ਜੀ ਕਹਿੰਦੇ ਇਹ ਦੇਖਣਾ ਪਏਗਾ। ਬਾਣੀ ਦਾ ਇੱਕ ਸਿਧਾਂਤ ਵੀ ਹੈ, ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਅਕਲੀ ਕੀਚੈ ਦਾਨ। ਦਾਨ ਕਰਨ ਵਾਸਤੇ ਵੀ ਸਤਿਗੁਰੂ ਜੀ ਕਹਿੰਦੇ ਅਕਲ ਚਾਹੀਦੀ। ਅਕਲ ਤੋਂ ਬਿਨਾਂ ਦਾਨ ਵੀ ਨਹੀਂ ਜੇ ਕੀਤਾ ਜਾ ਸਕਦਾ। ਤੇ ਹੁਣ ਜੇਕਰ ਉਹ ਲੋੜਵੰਦ ਹੈ, ਤੁਹਾਡੇ ਸਾਹਮਣੇ ਉਸ ਲੋੜਵੰਦ ਦੀ ਜਿਹੜੀ ਲੋੜ ਹੈ ਉਹ ਤੁਹਾਨੂੰ ਨਜ਼ਰ ਆ ਰਹੀ ਹੈ, ਸਤਿਗੁਰੂ ਜੀ ਕਹਿੰਦੇ ਜੇਕਰ ਤੁਸੀਂ ਕਰ ਸਕਦੇ ਹੋ ਤੇ ਉਸ ਲੋੜਵੰਦ ਦੀ ਲੋੜ ਜ਼ਰੂਰ ਪੂਰੀ ਕੀਤੀ ਜਾਵੇ। ਤੇ ਜਿਹੜਾ ਦੁਖੀ ਹੈ, ਦੁਖੀ ਦੀ ਬਾਹ ਫੜਨੀ ਤਾਂ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ। ਸਤਿਗੁਰਾਂ ਨੇ ਤਾਂ ਸਪਸ਼ਟ ਤੌਰ ਤੇ ਕਹਿ ਦਿੱਤਾ, ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜੇ ਗੁਰੂ ਦੀ ਗੋਲਕ ਦੇ ਵਿੱਚ ਆਪਾਂ ਕੁਝ ਪਾ ਰਹੇ ਹਾਂ ਤੇ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਪਾ ਦਿੱਤਾ, ਮਤਲਬ ਕਿਸੇ ਗਰੀਬ ਦੀ, ਕਿਸੇ ਦੁਖੀ ਦੀ ਮਦਦ ਕਰ ਦਿੱਤੀ, ਉਹਦੀ ਮਦਦ ਕੀਤੀ, ਤੇ ਗੁਰੂ ਕੀ ਗੋਲਕ ਦੇ ਵਿੱਚ ਪਾਏ ਹੋਏ ਪੈਸੇ ਜਿਹੜੇ ਨੇ ਇੱਕ ਬਰਾਬਰ ਨੇ। ਸਤਿਗੁਰੂ ਜੀ ਕਹਿੰਦੇ ਅਤਿਥੀ ਦੀ ਸੇਵਾ ਕਰਨੀ ਹੈ, ਲੋੜਵੰਦ ਦੀ ਲੋੜ ਪੂਰੀ ਕਰਨੀ ਹੈ। ਦੁਖੀ ਜੇਕਰ ਕੋਈ ਤੁਹਾਡੀ ਨਜ਼ਰ ਦੇ ਵਿੱਚ ਆ ਗਿਆ ਹੈ, ਤੁਹਾਡੇ ਅੱਗੇ ਹੱਥ ਅੱਡ ਕੇ ਖਲੋਤਾ ਹੈ, ਤੇ ਸਤਿਗੁਰੂ ਜੀ ਕਹਿੰਦੇ ਉਸ ਦੁਖੀ ਦੀ ਵੀ ਬਾਹ ਫੜਨੀ ਹੈ। ਅਪੰਗ, ਅਪੰਗ ਦਾ ਮਤਲਬ ਹੈ ਜੀ ਡਿਸੇਬਲਡ, ਜਿਹੜਾ ਇਨਸਾਨ ਵਿਚਾਰਾ ਚੱਲ ਨਹੀਂ ਸਕਦਾ, ਜਿਸ ਇਨਸਾਨ ਦੇ ਹੱਥ ਕੋਈ ਨਹੀਂ, ਜਿਹੜਾ ਆਪ ਵਿਚਾਰਾ ਕੁਝ ਕਰਕੇ ਕਮਾਈ ਕਰਕੇ ਨਹੀਂ ਖਾ ਸਕਦਾ, ਐਸੇ ਅਪੰਗ ਇਨਸਾਨ ਦੀ ਵੀ ਸਤਿਗੁਰੂ ਜੀ ਕਹਿੰਦੇ ਮਦਦ ਜ਼ਰੂਰ ਕਰਨੀ ਹੈ। ਤੇ ਖਿਆਲ ਰੱਖਿਓ, ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਸਿੱਖਾਂ ਨੇ ਇੱਕ ਬੇਨਤੀ ਕੀਤੀ ਸੀ, ਪਾਤਸ਼ਾਹ ਜੀ ਜਿਸ ਤਰ੍ਹਾਂ ਦੇ ਤੁਹਾਡੇ ਹੁਕਮ ਨੇ, ਉਹਨਾਂ ਹੁਕਮਾਂ ਨੂੰ ਅਸੀਂ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਕਹਿੰਦੇ ਹੋ ਕਿ ਹਰ ਇੱਕ ਇਨਸਾਨ ਦੀ ਸੇਵਾ ਕਰਨੀ ਚਾਹੀਦੀ ਹੈ, ਹਰ ਇੱਕ ਦੀ ਮਦਦ ਕਰਨੀ ਚਾਹੀਦੀ, ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਮਦਦ ਕਰ ਸਕੀਏ, ਸੇਵਾ ਕਰ ਸਕੀਏ, ਤੇ ਕਿਰਪਾ ਕਰਕੇ ਦੱਸੋ ਉਧਾਰ ਕਿਵੇਂ ਹੋਏਗਾ। ਤੇ ਸਤਿਗੁਰਾਂ ਨੇ ਫਿਰ ਉੱਥੇ ਬਚਨ ਕਿਹਾ, ਗੁਰੂ ਹਰਿਰਾਏ ਸਾਹਿਬ ਨੇ, ਪਾਤਸ਼ਾਹ ਜੀ ਕਹਿੰਦੇ ਖਿਆਲ ਰੱਖਿਓ, ਸੇਵਾ ਹਰ ਇੱਕ ਦੀ ਜ਼ਰੂਰੀ ਹੈ, ਪਰ ਜਿਹੜਾ ਸਿੱਖ ਐਸੇ ਸਿੱਖ ਦੀ ਮਦਦ ਕਰਦਾ ਹੈ ਜਿਹੜਾ ਅਤਿਥੀ ਬਣ ਕੇ ਆਵੇ। ਅਤਿਥੀ ਦਾ ਮਤਲਬ ਹੈ ਕਿਸੇ ਟਾਈਮ ਤੇ ਵੀ, ਚਾਹੇ ਉਹ ਰਾਤ ਲੇਟ ਨਾਈਟ ਕਿਉਂ ਨਾ ਤੁਹਾਡੇ ਘਰ ਦੇ ਵਿੱਚ ਆ ਜਾਏ, ਜਿਹੜਾ ਮੇਰਾ ਸਿੱਖ ਐਸੇ ਅਤਿਥੀ ਦੀ ਮਦਦ ਕਰਦਾ ਹੈ, ਉਹ ਮੈਨੂੰ ਸਭ ਤੋਂ ਪਿਆਰਾ ਹੈ, ਉਹਦੇ ਉੱਤੇ ਮੇਰੀ ਬਹੁਤ ਖੁਸ਼ੀ ਹੋਏਗੀ। ਸੋ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਵੀ ਇੱਥੇ ਕਲੀਅਰ ਕਰ ਦਿੱਤਾ ਕਿ ਜਿਹੜਾ ਅਤਿਥੀ ਹੋਵੇ, ਪਰਦੇਸੀ ਹੋਵੇ, ਲੋੜਵੰਦ ਹੋਏ, ਦੁਖੀ ਹੋਵੇ, ਅਪੰਗ ਹੋਵੇ, ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਉਹ ਘਿਰਿਆ ਹੋਵੇ, ਸਤਿਗੁਰੂ ਜੀ ਕਹਿੰਦੇ ਉਹਦੀ ਮਦਦ ਜ਼ਰੂਰ ਕੀਤੀ ਜਾਵੇ ਜਿੱਥੋਂ ਤੱਕ ਸੰਭਵ ਹੋ ਸਕੇ। ਐਸਾ ਨਾ ਹੋਏ ਕਿ ਕੋਈ ਇਨਸਾਨ ਤੁਹਾਡੇ ਘਰ ਮਦਦ ਵਾਸਤੇ ਆਵੇ ਤੇ ਤੁਸੀਂ ਉਸ ਨੂੰ ਗਾਲਾਂ ਕੱਢ ਕੇ ਜਾਂ ਉਹਨੂੰ ਮਾੜੇ ਲਫ਼ਜ਼ ਬੋਲ ਕੇ ਘਰ ਤੋਂ ਬਾਹਰ ਕੱਢ ਦਵੋ। ਨਹੀਂ, ਸਤਿਗੁਰੂ ਜੀ ਕਹਿੰਦੇ ਜੇਕਰ ਕੋਈ ਲੋੜਵੰਦ ਤੁਹਾਡੇ ਘਰ ਵਿੱਚ ਪਹੁੰਚਿਆ ਹੈ ਤੇ ਉਸ ਲੋੜਵੰਦ ਦੀ ਲੋੜ ਜ਼ਰੂਰ ਪੂਰੀ ਕੀਤੀ ਜਾਵੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ 45th ਬਚਨ ਹੈ ਉਹਦੇ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਪੁੱਤਰੀ ਦਾ ਧਨ ਬਿਖ ਕਰ ਜਾਣਨਾ। ਪੁੱਤਰੀ ਦਾ ਧਨ, ਪੁੱਤਰੀ ਦਾ ਮਤਲਬ ਹੈ ਜੀ ਡਾਟਰ। ਸਤਿਗੁਰੂ ਜੀ ਕਹਿੰਦੇ ਜਿਹੜਾ ਪੁੱਤਰੀ ਦਾ ਧਨ ਹੈ ਨਾ, ਉਹਨੂੰ ਬਿਖ ਕਰਕੇ, ਬਿਖ ਦਾ ਮਤਲਬ ਹੈ ਜੀ ਜ਼ਹਿਰ, ਪੋਇਜ਼ਨ। ਪੁੱਤਰੀ ਦਾ ਧਨ ਜ਼ਹਿਰ ਦੇ ਬਰਾਬਰ ਹੈ। ਹੁਣ ਇਹਦਾ ਕੀ ਮਤਲਬ ਹੈ? ਅੱਜ ਜੋ ਸਾਡੇ ਸਮਾਜ ਦੀ, ਸੁਸਾਇਟੀ ਦੀ ਸਿਚੁਏਸ਼ਨ ਹੋਈ ਪਈ ਹੈ, ਇਸ ਸੰਸਾਰ ਦੇ ਵਿੱਚ ਇੰਨੇ ਲਾਲਚੀ ਲੋਕ ਵੱਸਦੇ ਪਏ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ ਕਮੀ ਤਾਂ ਕੋਈ ਨਹੀਂ, ਪਰ ਲਾਲਚ ਜਿਹੜਾ ਹੈ ਅਜੇ ਵੀ ਅੰਦਰੋਂ ਖਤਮ ਨਹੀਂ ਹੋ ਰਿਹਾ। ਤੇ ਉਸ ਲਾਲਚ ਦੀ ਪੂਰਤੀ ਦੇ ਲਈ ਹੁੰਦਾ ਕੀ ਹੈ ਕਿ ਜਦੋਂ ਘਰ ਦੇ ਵਿੱਚ ਬੇਟੇ ਦਾ, ਲੜਕੇ ਦਾ ਵਿਆਹ ਰੱਖਿਆ ਜਾਂਦਾ ਹੈ ਤੇ ਲੜਕੀ ਵਾਲਿਆਂ ਦੇ ਸਾਹਮਣੇ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਜਾਂਦੀਆਂ ਨੇ। ਇੱਕ ਲਿਸਟ, ਜਿਹਨੂੰ ਆਪਾਂ ਪੰਜਾਬੀ ਚ ਦਾਜ ਕਹਿੰਦੇ ਆ, ਇੰਗਲਿਸ਼ ਡੌਰੀ ਕਹਿੰਦੇ ਆ, ਉਹ ਲਿਸਟ ਜਿਹੜੀ ਹੈ ਕੁੜੀ ਵਾਲਿਆਂ ਦੇ ਸਾਹਮਣੇ ਰੱਖ ਦਿੱਤੀ ਜਾਂਦੀ ਕਿ ਇਹ ਸਾਨੂੰ ਚਾਹੀਦਾ ਹੈ। ਉਹਦੇ ਵਿੱਚ ਮੋਟੀਆਂ-ਮੋਟੀਆਂ ਮੰਗਾਂ, ਕਾਰ, ਪੈਸਾ, ਬੜਾ ਕੁਝ ਮੰਗਿਆ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਲੋਕ ਇਸ ਤਰ੍ਹਾਂ
ਪੁੱਤਰੀ ਦੇ ਧਨ ਦੇ ਉੱਤੇ ਅੱਖ ਰੱਖਦੇ ਨੇ। ਕਿਉਂਕਿ ਪੰਜਾਬੀ ਦੇ ਵਿੱਚ ਇੱਕ ਸੇਇੰਗ ਕਹਿ ਲਈਏ ਕਿ ਧੀਆਂ ਭੈਣਾਂ ਜਿਹੜੀਆਂ ਨੇ ਉਹ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਤੇ ਸਤਿਗੁਰੂ ਜੀ ਕਹਿੰਦੇ ਭਲਿਆ ਜੇਕਰ ਤੂੰ ਲੜਕੇ ਦੇ ਵਿਆਹ ਤੇ ਕਿਸੇ ਕੁੜੀ ਵਾਲਿਆਂ ਦੇ ਕੋਲੋਂ ਦਾਜ ਦੀ ਮੰਗ ਕਰਦਾ ਪਿਆ ਏ, ਉਹ ਜਿਹੜੀ ਮੰਗ ਕੀਤੀ ਜਾ ਰਹੀ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹ ਤੇਰੇ ਵਾਸਤੇ ਜ਼ਹਿਰ ਦੇ ਬਰਾਬਰ ਹੈ। ਮਤਲਬ ਕਿ ਸਤਿਗੁਰੂ ਜੀ ਜਿਹੜੀ ਦਾਜ ਦੀ ਪ੍ਰਥਾ ਹੈ ਨਾ, ਉਸ ਦਾਜ ਦੀ ਪ੍ਰਥਾ ਦੇ ਉੱਤੇ ਰੋਕ ਲਗਾ ਰਹੇ ਨੇ ਕਿ ਗੁਰੂ ਕਾ ਸਿੱਖ ਜਿਹੜਾ ਹੈ ਉਹ ਆਪਣੇ ਹੱਥੀਂ ਕਮਾਈ ਕਰਕੇ ਖਾਵੇ, ਕਿਤੇ ਵੀ ਕਦੇ ਵੀ ਉਹ ਆਪਣੀ ਬੇਟੀ, ਆਪਣੀ ਨੌਂ, ਆਪਣੀ ਡਾਟਰ ਇਨ ਲਾਅ ਜਿਹੜੀ ਹੈ ਉਹਦੇ ਪੈਸੇ ਦੇ ਉੱਤੇ ਅੱਖ ਨਾ ਰੱਖੇ, ਦਾਜ ਦੇ ਉੱਤੇ ਅੱਖ ਨਾ ਰੱਖੇ। ਕਿਉਂਕਿ ਉਹ ਦਾਜ ਦਾ ਪੈਸਾ, ਉਹ ਦਾਜ ਦੇ ਪਦਾਰਥ ਜਿਹੜੇ ਨੇ ਸਤਿਗੁਰੂ ਜੀ ਕਹਿੰਦੇ ਜ਼ਹਿਰ ਦੇ ਬਰਾਬਰ ਨੇ। ਜ਼ਹਿਰ ਤੋਂ ਵੱਧ ਕੇ ਉਹਨਾਂ ਦੀ ਕੀਮਤ ਕੋਈ ਨਹੀਂ। ਇਸੇ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸਮਝਾ ਰਹੇ ਨੇ, ਕਹਿੰਦੇ ਭਲਿਓ ਲੜਕੇ ਦਾ ਵਿਆਹ ਹੋਵੇ, ਪਰ ਉਸ ਵਿਆਹ ਦੇ ਵਿੱਚ ਹੋਣਾ ਕੀ ਚਾਹੀਦਾ ਹੈ ਕਿ ਗੁਰੂ ਘਰ ਆਣ ਕੇ ਬਿਲਕੁਲ ਸਿੰਪਲ ਤੌਰ ਤੇ ਗੁਰੂ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਹੋਵੇ। ਆਨੰਦ ਕਾਰਜ ਤੋਂ ਬਾਅਦ ਲੜਕੀ ਤੇ ਲੜਕਾ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰੇ ਤੇ ਦਾਜ ਵਰਗੀ ਜਿਹੜੀ ਲਾਹਨਤ ਹੈ ਉਸ ਤੋਂ ਕੋਹਾਂ ਦੂਰ ਰਵੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਵਿਆਹਣ ਵਾਸਤੇ ਗਏ, ਵਿਆਹ ਤੋਂ ਬਾਅਦ ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਜੀ, ਭਾਈ ਲਾਲ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਚਨ ਕਹੇ, ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ ਗਰੀਬ ਆ, ਮੇਰੇ ਕੋਲ ਕੋਈ ਐਸਾ ਪਦਾਰਥ ਨਹੀਂ, ਦੌਲਤ ਨਹੀਂ ਕਿ ਮੈਂ ਤੁਹਾਨੂੰ ਦੇ ਸਕਾਂ ਦਾਜ ਦੇ ਤੌਰ ਤੇ। ਕਿਉਂਕਿ ਇਹ ਦਾਜ ਦਾ ਜਿਹੜਾ ਸਿਸਟਮ ਹੈ ਇਹ ਐਸਾ ਨਹੀਂ ਕਿ ਹੁਣ ਹੀ ਫੇਮਸ ਹੋਇਆ, ਇਹ ਬੜਾ ਲੰਬਾ ਇਹ ਸਿਸਟਮ ਚੱਲਦਾ ਆ ਰਿਹਾ, ਬੜਾ ਪੁਰਾਣਾ। ਤੇ ਭਾਈ ਲਾਲ ਚੰਦ ਨੇ ਗੁਰੂ ਤੇਗ ਬਹਾਦਰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿਹਾ, ਕਹਿਣ ਲੱਗੇ ਪਾਤਸ਼ਾਹ ਜੀ ਇਸ ਸਮਰੱਥਾ ਦੇ ਲਾਇਕ ਨਹੀਂ ਕਿ ਮੈਂ ਤੁਹਾਨੂੰ ਕੁਝ ਦੇ ਸਕਾਂ, ਮੇਰੇ 'ਚ ਇੰਨੀ ਤਾਕਤ ਨਹੀਂ, ਮੈਂ ਇਸ ਯੋਗ ਨਹੀਂ ਕਿ ਤੁਹਾਨੂੰ ਕੁਝ ਦੇ ਸਕਾਂ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉੱਥੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਈ ਲਾਲ ਚੰਦ ਜੀ, ਜਿਸ ਨੇ ਆਪਣੇ ਜਿਗਰ ਦਾ ਟੋਟਾ ਦੇ ਦਿੱਤਾ, ਜਿਸ ਨੇ ਆਪਣੀ ਪੁੱਤਰੀ ਹੀ ਦੇ ਦਿੱਤੀ, ਉਹਦੇ ਕੋਲ ਦੇਣ ਵਾਸਤੇ ਬਾਕੀ ਰਹਿ ਕੀ ਗਿਆ। ਸਭ ਤੋਂ ਵੱਡਾ ਦਾਜ ਹੀ ਇਹ ਹੈ ਕਿ ਇੱਕ ਪਿਤਾ ਆਪਣੇ ਜਿਗਰ ਦੇ ਟੋਟੇ ਨੂੰ ਤੁਹਾਡੇ ਨਾਲ, ਤੁਹਾਡੇ ਲੜਕੇ ਦੇ ਨਾਲ ਤੁਹਾਡੇ ਘਰ ਤੋਰਦਾ ਪਿਆ, ਇਸ ਤੋਂ ਵੱਡਾ ਦਾਜ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਕੋਈ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਜੇ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਲਾਲ ਚੰਦ ਨੂੰ ਕਹੇ ਤੇ ਇਹਦਾ ਮਤਲਬ ਇਹ ਹੈ ਕਿ ਸਤਿਗੁਰੂ ਜੀ ਇਹ ਦਰਸਾਉਣਾ ਚਾਹੁੰਦੇ ਨੇ ਹਰ ਇੱਕ ਇਨਸਾਨ ਦੇ ਲਈ, ਹਰ ਇੱਕ ਮਨੁੱਖ ਦੇ ਲਈ ਕਿ ਭਲਿਆ ਜਿਸ ਨੇ ਆਪਣੀ ਬੇਟੀ ਤੈਨੂੰ ਦੇ ਦਿੱਤੀ, ਉਸ ਨੇ ਆਪਣੇ ਘਰ ਦੇ ਵਿੱਚ ਰੱਖਿਆ ਕੋਈ ਨਹੀਂ, ਕੁਝ ਵੀ ਨਹੀਂ ਉਹਨੇ ਰੱਖਿਆ, ਸਭ ਕੁਝ ਤਾਂ ਉਹਨੇ ਤੈਨੂੰ ਦੇ। ਜੋ ਵੀ ਸੰਸਕਾਰ ਬੇਟੀ ਆਪਣੇ ਨਾਲ ਲੈ ਕੇ ਆਈ ਹੈ ਉਹ ਇੱਕ ਐਸੀ ਦੌਲਤ ਹੈ ਜਿਸ ਦੌਲਤ ਦੇ ਨਾਲ ਤੇਰੇ ਘਰ ਦੇ ਵਿੱਚ ਖੁਸ਼ੀਆਂ ਪੈਦਾ ਹੋਣਗੀਆਂ। ਹੋ ਸਕਦਾ ਹੈ ਕਿ ਇੱਕ ਇਨਸਾਨ ਜਿਹੜਾ ਹੈ ਉਹ ਦਾਜ ਤਾਂ ਕਾਫੀ ਦੇ ਦਵੇ, ਪਰ ਉਹਦੀ ਜਿਹੜੀ ਬੇਟੀ ਹੈ ਉਹਦਾ ਨੇਚਰ ਕਹਿ ਲਈਏ, ਉਹਦਾ ਸੁਭਾਅ ਕਹਿ ਲਈਏ, ਉਹ ਤੁਹਾਡੇ ਤੋਂ ਬਿਲਕੁਲ ਆਪੋਜ਼ਿਟ ਹੋਵੇ, ਉਹਦੇ ਵਿਚਾਰ ਤੁਹਾਡੇ ਨਾਲ ਨਾ ਮਿਲਣ, ਤੇ ਉਹ ਐਸੇ ਜਿੱਥੇ ਵਿਚਾਰ ਨਹੀਂ ਨਾ ਆਪਸ ਦੇ ਵਿੱਚ ਮਿਲਦੇ, ਤੇ ਉਹ ਘਰ ਜਿਹੜਾ ਹੈ ਉਹ ਘਰ ਇੱਕ ਕਲੇਸ਼ ਦਾ ਘਰ ਬਣ ਕੇ ਰਹਿ ਜਾਂਦਾ ਹੈ, ਲੜਾਈ ਝਗੜੇ ਦਾ ਘਰ ਬਣ ਕੇ ਰਹਿ ਜਾਂਦਾ ਹੈ, ਇੱਕ ਨਰਕ ਦੇ ਬਰਾਬਰ ਉਹ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜੇ ਇੱਕ ਗੁਣਾਂ ਵਾਲੀ ਲੜਕੀ ਨੌ ਘਰ ਦੇ ਵਿੱਚ ਆ ਜਾਏ, ਦਾਜ ਭਾਵੇਂ ਉਹ ਲੈ ਕੇ ਆਵੇ ਚਾਹੇ ਨਾ, ਸਤਿਗੁਰੂ ਜੀ ਕਹਿੰਦੇ ਉਹਦੇ ਵਰਗਾ ਸਵਰਗ ਹੀ ਦੁਨੀਆ ਦੇ ਵਿੱਚ ਕੋਈ ਨਹੀਂ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਸਮਝਾਉਂਦੇ ਪਏ ਨੇ, ਕਹਿੰਦੇ ਭਲਿਓ ਯਾਦ ਰੱਖਿਓ ਪੁੱਤਰੀ ਦਾ ਧਨ ਬਿਖ ਜਾਣਨਾ ਹੈ। ਜਿਹੜੇ ਬੇਟੀ ਦੇ ਧਨ ਦੇ ਉੱਤੇ, ਦੌਲਤ ਦੇ ਉੱਤੇ ਅੱਖ ਰੱਖਦੇ ਨੇ, ਦਾਜ ਦੇ ਉੱਤੇ ਅੱਖ ਰੱਖਦੇ ਨੇ, ਲਾਲਸਾ ਹੈ ਦਾਜ ਲੈਣ ਦੀ, ਸਤਿਗੁਰੂ ਜੀ ਕਹਿੰਦੇ ਦਾਜ ਲੈਣਾ ਤੇ ਦਾਜ ਦੇਣਾ ਇੱਕ ਕਲੰਕ ਹੈ, ਇੱਕ ਜ਼ਹਿਰ ਦੇ ਬਰਾਬਰ ਹੈ। ਜਿਹੜਾ ਵੀ ਇਹ ਦਾਜ ਲੈਂਦਾ ਜਾਂ ਦਿੰਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਸਿੱਖ ਕਹਾ ਹੀ ਨਹੀਂ ਸਕਦਾ, ਕਿਉਂਕਿ ਗੁਰੂ ਕੇ ਸਿੱਖ ਵਾਸਤੇ ਇਹ ਸਪਸ਼ਟ ਹੁਕਮ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿ ਬੇਟੀ ਦੇ ਧਨ ਦੇ ਉੱਤੇ ਅੱਖ ਨਹੀਂ ਰੱਖਣੀ, ਉਸ ਧਨ ਨੂੰ ਬਿਖ ਕਰਕੇ ਜਾਣਨਾ ਹੈ। ਤੇ ਜਿਹੜਾ 46ਵਾਂ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਪਾਤਸ਼ਾਹ ਜੀ ਕਹਿੰਦੇ ਸਵਾਂਗੀ ਦਿਖਾਵੇ ਦਾ ਸਿੱਖ ਨਹੀਂ ਬਣਨਾ। ਹੁਣ ਸਿੱਖ ਦੀਆਂ ਕੈਟਾਗਰੀਜ਼ ਵੀ ਗੁਰੂ ਸਾਹਿਬ ਨੇ ਸਾਨੂੰ ਸਮਝਾਈਆਂ ਨੇ
ਕਿ ਸਿੱਖ ਹੁੰਦਾ ਕਿੰਨੀ ਤਰ੍ਹਾਂ ਦਾ ਹੈ, ਸਿੱਖ ਕਿਹਾ ਕਿਸ ਨੂੰ ਜਾਂਦਾ ਹੈ। ਜੇਕਰ ਸਿੱਖ ਦੀ ਡੈਫੀਨੇਸ਼ਨ ਪੜ੍ਹਨੀ ਹੋਵੇ ਜਾਂ ਸਮਝਣੀ ਹੋਵੇ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬੜਾ ਪਿਆਰਾ ਬਚਨ ਹੈ ਸੋਰਠ ਰਾਗ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਸਿੱਖ ਹੈ ਹੀ ਉਹ ਕੌਣ? ਕਹਿੰਦੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਆ ਗਿਆ, ਭਾਣਾ ਮੀਨਸ ਰਜਾ, ਗੁਰੂ ਦਾ ਹੁਕਮ, ਜਿਸ ਨੇ ਗੁਰੂ ਦੇ ਹੁਕਮ ਨੂੰ ਜੀਵਨ ਦੇ ਵਿੱਚ ਫੋਲੋ ਕਰ ਲਿਆ, ਜਿਹਦਾ ਜੀਵਨ ਗੁਰੂ ਦੇ ਹੁਕਮ ਦੇ ਅਕੋਰਡਿੰਗਲੀ ਬਣ ਗਿਆ, ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਉਹ ਸਿੱਖ ਹੈ, ਉਸ ਨੂੰ ਹੀ ਸਿੱਖ ਕਿਹਾ ਜਾਂਦਾ ਹੈ। ਤੇ ਜਿਹੜਾ ਸਿੱਖ ਹੈ ਸਤਿਗੁਰੂ ਜੀ ਕਹਿੰਦੇ ਉਹ ਕਦੇ ਦਿਖਾਵਾ ਨਹੀਂ ਜੀ ਕਰਦਾ। ਉਹ ਸਵਾਂਗੀ, ਸਵਾਂਗੀ ਦਾ ਮਤਲਬ ਹੁੰਦਾ ਜੀ ਦਿਖਾਵਾ ਕਰਨ ਵਾਲਾ। ਤੇ ਸਤਿਗੁਰਾਂ ਨੇ ਇੱਥੇ ਕਹਿ ਦਿੱਤਾ ਸਪਸ਼ਟ ਤੌਰ ਤੇ, ਡੂ ਨਾਟ ਬਿਕਮ ਅ ਸ਼ੋ ਆਫ ਸਿੱਖ। ਵਿਖਾਵਾ ਕਰਨ ਵਾਲਾ ਸਿੱਖ ਨਹੀਂ ਬਣਨਾ, ਕਿਉਂਕਿ ਗੁਰੂ ਦੀ ਨਜ਼ਰ ਦੇ ਵਿੱਚ ਵਿਖਾਵਾ ਪ੍ਰਵਾਨ ਹੀ ਨਹੀਂ ਹੈ। ਸਿੱਖ ਉਹ ਪ੍ਰਵਾਨ ਹੈ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੋਵੇ। ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਿਹੜਾ ਇੱਕ ਓੰਕਾਰ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ ਨਾ, ਉਸ ਇੱਕ ਦਾ ਮਤਲਬ ਵੀ ਇਹ ਹੈ ਕਿ ਸਿੱਖ ਜਿਹੜਾ ਹੈ ਅੰਦਰੋਂ ਤੇ ਬਾਹਰੋਂ ਇੱਕ ਹੋ ਜਾਏ। ਜਿਸ ਤਰ੍ਹਾਂ ਦਾ ਉਹ ਅੰਦਰ ਹੈ ਉਸੇ ਤਰ੍ਹਾਂ ਦਾ ਉਹ ਬਾਹਰ ਹੋਵੇ। ਐਸਾ ਨਹੀਂ ਕਿ ਜ਼ੁਬਾਨ ਤੇ ਤਾਂ ਕੁਝ ਹੋਰ ਹੋਵੇ, ਬਾਹਰੋਂ ਕਾਸਟਿਊਮ, ਬਾਹਰੋਂ ਪਹਿਰਾਵਾ ਤਾਂ ਕੁਝ ਹੋਰ ਹੋਏ, ਪਰ ਅੰਦਰੋਂ ਕੁਝ ਹੋਰ ਹੋਵੇ। ਸਤਿਗੁਰੂ ਜੀ ਕਹਿੰਦੇ ਐਸਾ ਇਨਸਾਨ ਗੁਰੂ ਨੂੰ ਪ੍ਰਵਾਨ ਹੀ ਕਦੇ ਨਹੀਂ, ਤੇ ਐਸਾ ਇਨਸਾਨ ਕਦੇ ਸਿੱਖ ਹੋ ਹੀ ਨਹੀਂ ਸਕਦਾ। ਇਸੇ ਕਰਕੇ ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਨਾ ਆਨੰਦ ਸਾਹਿਬ, ਤੇ ਆਨੰਦ ਸਾਹਿਬ ਦੇ ਵਿੱਚ ਦੋ ਪੌੜੀਆਂ ਇਕੱਠੀਆਂ ਆਉਂਦੀਆਂ ਨੇ। ਉਹਨਾਂ ਦੇ ਵਿੱਚ ਸਤਿਗੁਰਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਕਿ ਅਸਲ ਦੇ ਵਿੱਚ ਸਿੱਖ ਕਿਹਾ ਕਿਹਨੂੰ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਇਨਸਾਨ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ। ਹੁਣ ਸਿੱਖ ਕੌਣ ਹੈ? ਜਿਹੜਾ ਗੁਰੂ ਦੇ ਸਨਮੁਖ ਹੈ। ਗੁਰੂ ਦੇ ਸਨਮੁਖ ਹੋਣ ਦਾ ਮਤਲਬ ਹੈ ਕਿ ਜਿਹੜਾ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਪਿਆ, ਗੁਰੂ ਦੀ ਰਜ਼ਾ ਨੂੰ, ਗੁਰੂ ਦੇ ਭਾਣੇ ਨੂੰ ਜਿਹਨੇ ਅਡਾਪਟ ਕਰ ਲਿਆ, ਫੋਲੋ ਕਰ ਲਿਆ, ਸਤਿਗੁਰੂ ਜੀ ਕਹਿੰਦੇ ਉਹ ਸਿੱਖ ਹੈ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਉਹ ਜੀ ਕਰਕੇ, ਮਨ ਕਰਕੇ ਗੁਰੂ ਦੇ ਨਾਲ ਜੁੜਿਆ ਹੈ, ਤਨ ਕਰਕੇ ਨਹੀਂ, ਮਨ ਕਰਕੇ ਗੁਰੂ ਦੇ ਨਾਲ ਜੁੜਿਆ ਹੈ। ਕਿਤੇ ਯਾਦ ਕਰਿਓ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਤੰਬੂ ਲੱਗਾ ਹੋਇਆ ਹੈ ਜੀ, ਦੋ ਸਿੱਖ ਪਹਿਰੇ ਤੇ ਨੇ। ਤੇ ਇਤਿਹਾਸਕਾਰ ਕਹਿੰਦੇ ਨੇ, ਕਹਿੰਦੇ ਨਾਲ ਦੇ ਨਗਰ ਦੇ ਵਿੱਚ, ਨਾਲ ਦੇ ਪਿੰਡ ਦੇ ਵਿੱਚ ਕੋਈ ਸ਼ੋਅ ਚੱਲ ਰਿਹਾ ਜੀ, ਕੋਈ ਤਮਾਸ਼ਾ ਹੋ ਰਿਹਾ ਹੈ। ਤੇ ਸਿੱਖ ਦੋਨਾਂ ਨੇ ਜਿਹੜੇ ਪਹਿਰੇ ਤੇ ਖਲੋਤੇ ਹੋਏ ਨੇ, ਉਹਨਾਂ ਨੇ ਵਿਚਾਰ ਕੀਤੀ, ਕਹਿੰਦੇ ਜਾਣ ਨੂੰ ਤਾਂ ਮਨ ਕਰਦਾ ਪਰ ਕੀਤਾ ਕੀ ਜਾਏ, ਪਹਿਰਾ ਵੀ ਜ਼ਰੂਰੀ ਹੈ, ਜਾ ਨਹੀਂ ਸਕਦੇ। ਤੇ ਸਲਾਹ ਕੀਤੀ, ਕਹਿੰਦੇ ਵੀ ਇਦਾਂ ਕਰ, ਤੂੰ ਚਲਾ ਜਾ, ਪਹਿਲਾਂ ਕੁਝ ਸਮਾਂ ਤੂੰ ਦੇਖਾ, ਬਾਅਦ ਵਿੱਚ ਮੈਂ ਚਲਾ ਜਾਵਾਂਗਾ। ਉਹ ਗਿਆ ਤੇ ਜਾ ਕੇ ਇੰਨਾ ਕੁ ਉਹ ਮਸਤ ਹੋ ਗਿਆ ਉਸ ਤਮਾਸ਼ੇ ਦੇ ਵਿੱਚ, ਉਸ ਸ਼ੋਅ ਦੇ ਵਿੱਚ, ਕਿ ਉਹ ਵਾਪਸ ਨਾ ਆ ਸਕਿਆ। ਤੇ ਜਦੋਂ ਦਿਨ ਚੜਿਆ ਤੇ ਸਤਿਗੁਰਾਂ ਨੇ ਫਿਰ ਉੱਥੇ ਬਚਨ ਕਿਹਾ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਦਰਬਾਰ ਲੱਗਾ ਤੇ ਸਤਿਗੁਰਾਂ ਨੇ ਉੱਥੇ ਕਿਹਾ, ਕੀ ਕਿਹਾ? ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਇਹਦਾ ਮਤਲਬ ਸੀ ਕਿ ਜਿਹੜਾ ਪਹਿਰੇ ਤੇ ਖਲੋਤਾ ਹੋਇਆ ਹੈ ਉਹਦਾ ਮਨ ਤਮਾਸ਼ੇ ਦੇ ਵਿੱਚ ਸੀ, ਪਰ ਜਿਹੜਾ ਤਮਾਸ਼ਾ ਦੇਖਦਾ ਪਿਆ ਹੈ ਉਹਦਾ ਮਨ ਗੁਰੂ ਦੇ ਨਾਲ ਜੁੜਿਆ ਹੋਇਆ ਸੀ। ਸਰੀਰ ਕਰਕੇ ਉਹ ਤਮਾਸ਼ਾ ਵੇਖਦਾ ਹੋਇਆ ਵੀ ਮਨ ਕਰਕੇ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਪਰ ਇੱਕ ਸਰੀਰ ਕਰਕੇ ਗੁਰੂ ਦੇ ਕੋਲ ਹੈ, ਪਰ ਮਨ ਕਰਕੇ ਉਹ ਗੁਰੂ ਤੋਂ ਦੂਰ ਹੈ, ਤਮਾਸ਼ੇ ਦੇ ਵਿੱਚ ਪਹੁੰਚਿਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਸਿੱਖ ਉਹ ਹੈ ਜਿਹੜਾ ਜਿਉ ਰਹਿ ਗੁਰ ਨਾਲੇ, ਮਨ ਕਰਕੇ ਗੁਰੂ ਦੇ ਨਾਲ, ਜਿਹੜਾ ਜਿਹਦਾ ਕਨੈਕਸ਼ਨ ਸਰੀਰ ਕਰਕੇ ਨਹੀਂ, ਮਨ ਕਰਕੇ ਜੁੜਿਆ ਹੋਇਆ, ਜਿਹਦਾ ਮਨ ਕਰਕੇ ਗੁਰੂ ਦੇ ਨਾਲ ਕਨੈਕਸ਼ਨ ਜੁੜ ਗਿਆ। ਸਤਿਗੁਰੂ ਜੀ ਕਹਿੰਦੇ ਉਹ ਅੰਦਰੋਂ ਵੀ ਗੁਰੂ ਦਾ ਸਿੱਖ ਤੇ ਉਹ ਬਾਹਰੋਂ ਵੀ ਉਹਦੀ ਅਪੀਅਰੈਂਸ ਜਿਹੜੀ ਹੈ ਉਹ ਸਿੱਖ ਵਾਲੀ ਹੋ ਜਾਏਗੀ, ਉਹ ਵਿਖਾਵਾ ਕੋਈ ਨਹੀਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ ਕਲੀਅਰ ਕਰ ਦਿੱਤਾ, ਕਹਿਣ ਲੱਗੇ ਸਿੱਖ ਬਣਨਾ ਹੈ ਤੇ ਕੈਸਾ ਬਣਨਾ ਹੈ ਜੀ? ਸਤਿਗੁਰੂ ਜੀ ਕਹਿੰਦੇ ਸਿੱਧਕੀ ਸਿੱਖ ਬਣਨਾ ਹੈ, ਐਸਾ ਸਿੱਖ ਬਣਨਾ ਹੈ ਜਿਸ ਨੂੰ ਦੇਖ ਕੇ ਦੁਨੀਆ ਇਹ ਕਹੇ ਕਿ ਜੇਕਰ ਕੋਈ ਇਨਸਾਨ ਹੋਵੇ ਤੇ ਇਸ ਸਿੱਖ ਵਰਗਾ ਹੋਵੇ। ਜਿਸ ਇਨਸਾਨ ਨੂੰ ਦੇਖ ਕੇ ਦੁਨੀਆ ਦੇ ਲੋਕ ਉਹਦੇ ਵਰਗਾ ਬਣਨਾ ਲੋਚਣ, ਐਸਾ ਸਿੱਖ ਹੋਣਾ ਚਾਹੀਦਾ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਕਹਿੰਦੇ ਨਾ ਤਾਂ ਵਿਖਾਵੇ ਦੇ ਸਿੱਖ ਬਣਨਾ ਹੈ, ਨਾ ਤਾਂ ਧੰਦੇ ਦੇ ਸਿੱਖ ਬਣਨਾ ਹੈ। ਧੰਦੇ ਦਾ ਮਤਲਬ ਹੈ ਜੀ ਕਿ ਮੈਂ ਸਿੱਖੀ ਧਾਰਨ ਕਰ ਲਈ, ਅੰਮ੍ਰਿਤ ਛਕ ਲਿਆ ਇਸ ਕਰਕੇ ਤਾਂ ਕਿ ਮੈਂ ਗੁਰੂ ਘਰ ਸੇਵਾ ਕਰਕੇ ਕੁਝ ਪੈਸੇ ਕਮਾ ਸਕਾਂ।
ਧੰਦੇ ਦੇ ਸਿੱਖ ਵੀ ਨਹੀਂ ਬਣਨਾ। ਸਤਿਗੁਰੂ ਜੀ ਕਹਿੰਦੇ ਵਿਖਾਵੇ ਦੇ ਸਿੱਖ ਵੀ ਨਹੀਂ ਬਣਨਾ। ਤੇ ਸਿੱਖ ਕਿਹੜੇ ਬਣਨਾ ਹੈ? ਸਤਿਗੁਰੂ ਜੀ ਕਹਿੰਦੇ ਸਿੱਧਕੀ ਸਿੱਖ ਬਣਨਾ ਹੈ, ਜਿਹਦਾ ਭਰੋਸਾ ਪੂਰਨ ਗੁਰੂ ਦੇ ਉੱਤੇ ਹੋਵੇ, ਜਿਹੜਾ ਪੂਰਨ ਤੌਰ ਤੇ ਗੁਰੂ ਦੇ ਨਾਲ ਜੁੜਿਆ ਹੋਵੇ, ਐਸਾ ਸਿੱਖ ਬਣਨਾ ਹੈ। ਤੇ ਐਸਾ ਸਿੱਖ ਹੀ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਪ੍ਰਵਾਨ ਹੈ। ਭੇਖੀ ਵਾਸਤੇ ਗੁਰੂ ਘਰ ਦੇ ਵਿੱਚ ਥਾਂ ਹੀ ਕੋਈ ਨਹੀਂ। ਜਿਹੜਾ ਗੁਰੂ ਦੇ ਨਾਲ ਜੁੜਿਆ ਹੈ ਉਸ ਨੂੰ ਪੂਰਨ ਤੌਰ ਤੇ ਗੁਰੂ ਦੇ ਨਾਲ ਜੁੜਨਾ ਪਏਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਲਿਓ ਜੇਕਰ ਸਿੱਖੀ ਕਮਾਉਣੀ ਹੈ ਜੀਵਨ ਦੇ ਵਿੱਚ, ਤੇ ਐਸੀ ਸਿੱਖੀ ਕਮਾਈ ਜਾਵੇ ਕਿ ਜਿਸ ਨੂੰ ਦੇਖ ਕੇ ਹਰ ਇੱਕ ਇਨਸਾਨ ਜਿਹੜਾ ਹੈ ਉਹ ਮਾਣ ਕਰੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਸੁਆਂਗੀ ਦਿਖਾਵੇ ਦਾ ਸਿੱਖ ਨਹੀਂ ਬਣਨਾ, ਸ਼ੋ ਆਫ ਵਾਲਾ ਸਿੱਖ ਕਦੇ ਵੀ ਨਹੀਂ ਬਣਨਾ ਜੀ। ਜੇਕਰ ਸਿੱਖ ਬਣਨਾ ਹੈ ਪੂਰਨ ਭਰੋਸੇ ਵਾਲਾ ਸਿੱਧਕੀ ਸਿੱਖ ਬਣਨਾ ਹੈ। ਤੇ ਜਿਹੜਾ 47ਵਾਂ ਬਚਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ, ਪਾਤਸ਼ਾਹ ਜੀ ਕਹਿੰਦੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣੀ, ਕੇਸਾਂ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ। ਮਤਲਬ with every breath live as a Sikh who has uncut hair, know this case to be equal to the Guru and give it to the utmost respect। ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਕੇਸ ਨੇ, ਇਹ ਕੇਸ ਗੁਰੂ ਦੀ ਮੋਹਰ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ, ਕੇਸ ਗੁਰੂ ਕੀ ਮੋਹਰ ਨੇ। ਤੇ ਜੇ ਸਿੱਖ ਹਾਂ ਤੇ ਸਤਿਗੁਰੂ ਜੀ ਕਹਿੰਦੇ ਇਹਨਾਂ ਕੇਸਾਂ ਦੀ ਸੰਭਾਲ ਹਰ ਵਕਤ ਕਰਨੀ ਹੈ। ਇਹ ਕੇਸ ਗੁਰੂ ਦਾ ਅੰਗ ਜਾਣਨੇ ਨੇ। ਇਹਨਾਂ ਕੇਸਾਂ ਤੋਂ ਬਿਨਾਂ ਰਹਿਤਨਾਮਿਆਂ ਨੂੰ ਪੜ੍ਹੀਏ ਤੇ ਰਹਿਤਨਾਮਿਆਂ ਦੇ ਵਿੱਚ ਬੜੇ ਪਿਆਰੇ ਬਚਨ ਕਹਿੰਦੇ, ਬਿਨਾਂ ਤੇਗ ਕੇਸੰ ਦੇਵੋ ਨਾ ਦਿਦਾਰੇ। ਮਤਲਬ ਕਿ ਗੁਰੂ ਦੇ ਸਾਹਮਣੇ ਕੇਸਾਂ ਤੋਂ ਬਿਨਾਂ, ਜਿਹੜਾ ਜਿਸ ਨੇ ਆਪਣੇ ਕੇਸ ਕਤਲ ਕੀਤੇ ਹੋਏ ਨੇ, ਉਹ ਕਦੇ ਗੁਰੂ ਸਾਹਿਬ ਦੇ ਦੀਦਾਰ ਪ੍ਰਾਪਤ ਕਰ ਹੀ ਨਹੀਂ ਸਕਦਾ। ਗੁਰੂ ਸਾਹਿਬ ਦੇ ਦੀਦਾਰ ਉਸ ਨੂੰ ਹੋ ਹੀ ਨਹੀਂ ਸਕਦੇ ਜਿਹੜਾ ਇਨਸਾਨ ਗੁਰੂ ਕੀ ਮੋਹਰ ਕੇਸਾਂ ਦੀ ਸੰਭਾਲ ਨਹੀਂ ਕਰਦਾ। ਤੇ ਇਹਨਾਂ ਕੇਸਾਂ ਦੇ ਲਈ ਸਿੱਖ ਇਤਿਹਾਸ ਨੂੰ ਪੜ੍ਹ ਕੇ ਦੇਖੀਏ ਤਾਂ ਅਨੇਕਾਂ ਹੀ ਕੁਰਬਾਨੀਆਂ ਸਿੱਖਾਂ ਨੇ ਆਪਣੇ ਜੀਵਨ ਦੇ ਵਿੱਚ ਕੀਤੀਆਂ ਨੇ। ਐਸੇ ਪੂਰਨੇ ਸਾਡੇ ਵਾਸਤੇ ਸਿੱਖ ਤੇ ਗੁਰੂ ਸਾਹਿਬਾਨ ਪਾ ਕੇ ਗਏ ਨੇ, ਜਿਨ੍ਹਾਂ ਦੇ ਉੱਤੇ ਚੱਲਣ ਦਾ ਸਾਨੂੰ ਯਤਨ ਕਰਨਾ ਚਾਹੀਦਾ ਹੈ। ਅੱਜ ਇਹ ਕੇਸ ਜਿਹੜੇ ਨੇ ਸ਼ਾਇਦ ਸਾਨੂੰ ਇੱਕ ਆਪਣੇ ਸਰੀਰ ਦਾ ਇੱਕ ਵਾਧੂ ਜਿਹਾ ਅੰਗ ਮਹਿਸੂਸ ਹੁੰਦੇ ਨੇ, ਤਾਂ ਇਹਨਾਂ ਕੇਸਾਂ ਦੀ ਸੰਭਾਲ ਨਹੀਂ ਹੋ ਰਹੀ। ਸਿੱਖ ਜਿਹੜੇ ਨੇ, ਸਿੱਖ ਪਰਿਵਾਰਾਂ ਦੇ ਵਿੱਚੋਂ ਚਾਹੇ ਮਰਦ ਤੇ ਚਾਹੇ ਔਰਤਾਂ, ਇਹਨਾਂ ਕੇਸਾਂ ਦੀ ਸੰਭਾਲ ਦੇ ਪੱਖੋਂ ਬੜੇ ਢਿੱਲੇ ਹੋ ਚੁੱਕੇ ਨੇ। ਪਰ ਯਾਦ ਰਹੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਪਸ਼ਟ ਬਚਨ ਕਿਹਾ, ਕਹਿਣ ਲੱਗੇ ਕੇਸ ਗੁਰੂ ਕੀ ਮੋਹਰ ਨੇ। ਜਿਹੜਾ ਇਸ ਗੁਰੂ ਕੀ ਮੋਹਰ ਦੀ ਸੰਭਾਲ ਕਰਦਾ ਹੈ, ਗੁਰੂ ਨੂੰ ਉਹ ਸਿੱਖ ਬਹੁਤ ਪਿਆਰਾ ਹੈ। ਇਹਨਾਂ ਕੇਸਾਂ ਦੀ ਕਦਰ ਕੇਵਲ ਜਿਹੜੇ ਪੀਰ ਭੀਖਣ ਸ਼ਾਹ ਵਰਗੇ, ਪੀਰ ਬੁੱਧੂ ਸ਼ਾਹ ਵਰਗੇ ਜਿਹੜੇ ਨੇ ਉਹ ਜਾਣਦੇ ਨੇ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ, ਆਪਣੇ ਬੱਚਿਆਂ ਨੂੰ ਗੁਰੂ ਵਾਸਤੇ ਜੰਗ ਦੇ ਮੈਦਾਨ ਦੇ ਵਿੱਚ, ਭੰਗਾਣੀ ਦੇ ਯੁੱਧ ਦੇ ਵਿੱਚ ਕੁਰਬਾਨ ਕਰ ਦਿੱਤਾ। ਤੇ ਜਦੋਂ ਪੀਰ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਦਾਰ ਵਾਸਤੇ ਆਉਂਦੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਾਂ ਦੇ ਵਿੱਚ ਕੰਘਾ ਕਰ ਰਹੇ ਨੇ। ਤੇ ਜਦੋਂ ਪੀਰ ਬੁੱਧੂ ਸ਼ਾਹ ਪਹੁੰਚੇ, ਵਿਚਾਰਾਂ ਹੋਈਆਂ ਗੁਰੂ ਸਾਹਿਬ ਦੇ ਨਾਲ, ਤੇ ਸਤਿਗੁਰਾਂ ਨੇ ਉਹਨਾਂ ਨੂੰ ਕਿਹਾ, ਕਹਿਣ ਲੱਗੇ ਜੋ ਤੁਸੀਂ ਚਾਹੋ ਮੰਗ ਸਕਦੇ ਹੋ, ਤੁਹਾਡੀ ਕੁਰਬਾਨੀ ਬਹੁਤ ਹੈ, ਤੁਸੀਂ ਆਪਣੇ ਜਿਗਰ ਦੇ ਟੋਟਿਆਂ ਨੂੰ ਗੁਰੂ ਵਾਸਤੇ ਕੁਰਬਾਨ ਕੀਤਾ ਹੈ। ਤੇ ਉੱਥੇ ਜੇਕਰ ਉਹਨਾਂ ਨੇ ਕੁਝ ਮੰਗਿਆ ਤਾਂ ਮੰਗਿਆ ਕੀ? ਕਹਿਣ ਲੱਗੇ ਸਤਿਗੁਰੂ ਜੀ ਜੇਕਰ ਕਿਰਪਾ ਦੇ ਘਰ ਦੇ ਵਿੱਚ ਆਇਓ ਤੇ ਰਹਿਮਤ ਕਰੋ, ਇਹ ਜਿਹੜੇ ਤੁਹਾਡੇ ਕੇਸ ਕੰਗੇ ਦੇ ਵਿੱਚ ਫਸੇ ਪਏ ਨੇ, ਇਹ ਕੇਸਾਂ ਸਮੇਤ ਜਿਹੜਾ ਕੰਗਾ ਹੈ ਉਹ ਮੇਰੀ ਝੋਲੀ ਦੇ ਵਿੱਚ ਪਾ ਦਿਓ। ਸਤਿਗੁਰਾਂ ਨੇ ਉਹ ਕੰਗਾ ਕੇਸਾਂ ਵਾਲਾ ਉਹਨਾਂ ਦੀ ਝੋਲੀ ਦੇ ਵਿੱਚ ਪਾਇਆ। ਘਰ ਗਏ, ਘਰ ਜਾ ਕੇ ਆਪਣੀ ਪਤਨੀ ਨੂੰ ਕਿਹਾ, ਕਹਿਣ ਲੱਗੇ ਮੈਂ ਇੱਕ ਐਸਾ ਸੌਦਾ ਕਰਕੇ ਆਇਆ ਜਿਹੜਾ ਬਹੁਤ ਹੀ ਲਾਹੇਵੰਦ ਹੈ। ਕਹਿਣ ਲੱਗੇ ਲਾਹੇਵੰਦ ਸੌਦਾ ਕਿਵੇਂ? ਕਹਿਣ ਲੱਗੇ ਮੇਰੇ ਬੱਚੇ ਤੇ ਚਾਹੇ ਗੁਰੂ ਵਾਸਤੇ ਜੰਗ ਦੇ ਮੈਦਾਨ ਵਿੱਚ ਕੁਰਬਾਨ ਹੋ ਗਏ, ਪਰ ਗੁਰੂ ਸਾਹਿਬ ਨੇ ਅੱਜ ਮੇਰੀ ਝੋਲੀ ਦੇ ਵਿੱਚ ਉਹ ਦਾਤ ਪਾ ਦਿੱਤੀ ਜਿਹੜੀ ਸਭ ਤੋਂ ਜ਼ਿਆਦਾ ਗੁਰੂ ਸਾਹਿਬ ਨੂੰ ਪਿਆਰੀ ਹੈ। ਕਿਹੜੀ? ਕਹਿਣ ਲੱਗੇ ਆ ਦੇਖ, ਕੇਸਾਂ ਵਾਲਾ ਕੰਗਾ ਗੁਰੂ ਨੇ ਮੇਰੀ ਝੋਲੀ ਦੇ ਵਿੱਚ ਪਾਇਆ ਹੈ, ਤੇ ਸਭ ਤੋਂ ਪਿਆਰੇ ਗੁਰੂ ਨੂੰ ਗੁਰੂ ਕੇ ਕੇਸ ਹੀ ਨੇ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ, ਕਹਿਣ ਲੱਗੇ ਸਿੱਖੋ ਇਹ ਕੇਸ ਜਿਹੜੇ ਨੇ ਇਹ ਗੁਰੂ ਕੀ ਮੋਹਰ ਨੇ, ਇਹਨਾਂ ਦੀ ਸੰਭਾਲ ਜ਼ਰੂਰੀ ਹੈ, ਕਿਉਂਕਿ ਇਹ ਉਸ ਪਰਮਾਤਮਾ ਦਾ ਦਿੱਤਾ ਹੋਇਆ ਇੱਕ ਨਾਇਆਬ ਤੋਹਫਾ ਹੈ, ਇੱਕ ਐਸਾ ਤੋਹਫਾ ਹੈ ਉਸ ਪਰਮਾਤਮਾ ਵੱਲੋਂ ਦਿੱਤਾ ਹੋਇਆ ਜਿਸ ਨੂੰ ਸੰਭਾਲ ਕੇ ਰੱਖਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਬਚਨ ਕਿਹਾ ਸੀ ਭਾਈ ਮਰਦਾਨੇ ਨੂੰ, ਕਹਿਣ ਲੱਗੇ ਮਰਦਾਨਿਆਂ ਕੇਸ ਕਦੇ ਨਹੀਂ ਕਟਾਉਣੇ,
ਕਿਉਂਕਿ ਉਸ ਰੱਬ ਦੀ ਦਾਤ ਹੈ ਤੇ ਰੱਬ ਦੀ ਦਿੱਤੀ ਹੋਈ ਦਾਤ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਵਾਨ ਕਰਨਾ ਸਿੱਖੋ। ਜੋ ਵੀ ਪ੍ਰਮਾਤਮਾ ਨੇ ਸਾਡੇ ਸਰੀਰ ਨੂੰ ਸਾਜਿਆ ਸਵਾਰਿਆ ਹੈ, ਉਹ ਲਗਾਏ ਹੋਏ ਹਰ ਇੱਕ ਅੰਗ ਜਿਹੜੇ ਨੇ ਉਹ ਪ੍ਰਮਾਤਮਾ ਦੀ ਦਾਤ ਨੇ। ਉਹਨਾਂ ਦਾਤਾਂ ਨੂੰ ਦੇਖ ਕੇ ਉਹਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ। ਐਸਾ ਨਹੀਂ ਕਿ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚ ਆਪਾਂ ਅੱਜ ਕੋਈ ਨੁਕਸ ਕੱਢਣਾ ਸ਼ੁਰੂ ਕਰ ਦਈਏ। ਇਹ ਕੇਸ ਉਸ ਪ੍ਰਮਾਤਮਾ ਦੀ ਦਾਤ ਨੇ, ਕੋਈ ਸਰੀਰ ਦਾ ਇਹ ਵਾਧੂ ਹਿੱਸਾ ਨਹੀਂ, ਵਾਧੂ ਅੰਗ ਨਹੀਂ, ਇਹ ਉਸ ਪ੍ਰਮਾਤਮਾ ਦੀ ਦਾਤ ਨੇ। ਇੱਕ ਸਾਡੇ ਸਰੀਰ ਦਾ ਐਸਾ ਅੰਗ ਹੈ ਜਿਨ੍ਹਾਂ ਤੋਂ ਬਿਨਾਂ ਸਾਡੇ ਸਰੀਰ ਨੂੰ ਏਦਾਂ ਕਹਿ ਲਈਏ ਕਿ ਕੰਪਲੀਟ ਨਹੀਂ ਕੀਤਾ ਜਾ ਸਕਦਾ। ਇਹਨਾਂ ਤੋਂ ਬਿਨਾਂ ਸਾਡਾ ਸਰੀਰ ਹੀ ਅਧੂਰਾ ਹੈ। ਐਸੀ ਦਾਤ ਉਸ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਜਿਹਨੂੰ ਸੰਭਾਲ ਕੇ ਰੱਖਣਾ ਸਾਡੇ ਵਾਸਤੇ ਜ਼ਰੂਰੀ ਹੈ। ਇੱਕ ਅੰਗਰੇਜ਼ ਹਿਸਟੋਰੀਅਨ ਹੋਇਆ ਟਾਇਨਬੀ। ਉਸ ਟਾਇਨਬੀ ਨੇ ਸਾਰੇ ਸੰਸਾਰ ਦੇ ਇਤਿਹਾਸ ਨੂੰ ਪੜ੍ਹਿਆ ਤੇ ਉਹਨੇ ਪੂਰਾ ਸੰਸਾਰ ਘੁੰਮਿਆ ਵੀ। ਉਹਦੀ ਇੱਕ ਸਟੂਡੈਂਟ ਸੀ ਮਰੀਅਮ। ਜਦੋਂ ਉਹ ਸਾਰੇ ਸੰਸਾਰ ਨੂੰ ਘੁੰਮ ਕੇ ਹਿਸਟਰੀ ਨੂੰ ਪੜ੍ਹ ਕੇ ਵਾਪਸ ਪਹੁੰਚਿਆ ਤੇ ਉਹਨੇ ਸਵਾਲ ਕੀਤਾ, ਕਹਿਣ ਲੱਗੇ ਤੁਸੀਂ ਘੁੰਮ ਕੇ ਆਏ ਹੋ, ਸਾਰੇ ਸੰਸਾਰ ਦੇ ਕਲਚਰ ਨੂੰ ਦੇਖਿਆ ਹੈ, ਸਾਰੇ ਇਤਿਹਾਸ ਨੂੰ, ਸਾਰੇ ਵਰਲਡ ਹਿਸਟਰੀ ਨੂੰ ਤੁਸੀਂ ਪੜ੍ਹਿਆ ਹੈ, ਤੇ ਕਿਰਪਾ ਕਰਕੇ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਤੁਹਾਡੀ ਨਜ਼ਰ ਦੇ ਵਿੱਚ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਕੌਣ ਹੈ? ਤੁਹਾਡੀ ਨਜ਼ਰ ਦੇ ਵਿੱਚ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਕੌਣ ਹੈ? ਤੇ ਉਸ ਟਾਇਨਬੀ ਨੇ ਜਵਾਬ ਦਿੱਤਾ, ਕਹਿਣ ਲੱਗਾ ਉਹ ਸਿੱਖ ਜਿਸ ਨੇ ਸਿੱਖ ਦੇ ਘਰ ਦੇ ਵਿੱਚ ਜਨਮ ਲਿਆ ਹੋਵੇ ਤੇ ਆਪਣੀ ਸੂਰਤ ਨੂੰ ਐਜ਼ ਇਟ ਇਜ਼ ਸੰਭਾਲ ਕੇ ਰੱਖਿਆ ਹੋਵੇ, ਜਿਸ ਨੇ ਦਾੜੀ ਕੇਸ ਜਿਸ ਤਰ੍ਹਾਂ ਪ੍ਰਮਾਤਮਾ ਨੇ ਦਾਤ ਦਿੱਤੀ ਹੈ ਉਸੇ ਤਰ੍ਹਾਂ ਸੰਭਾਲ ਕੇ ਰੱਖੀ ਹੋਵੇ, ਜਿਸ ਦਾ ਦਾੜਾ ਪ੍ਰਕਾਸ਼ ਹੋਵੇ, ਸਿਰ ਦੇ ਉੱਤੇ ਦਸਤਾਰ ਸਜਾਈ ਹੋਵੇ, ਦੁਨੀਆ ਦਾ ਕਹਿੰਦਾ ਸਭ ਤੋਂ ਖੂਬਸੂਰਤ ਇਨਸਾਨ ਉਹ ਹੈ। ਤੇ ਕਹਿੰਦੀ ਦੂਜਾ ਸਵਾਲ ਕਿ ਸਭ ਤੋਂ ਬਦਸੂਰਤ ਇਨਸਾਨ ਫਿਰ ਤੁਹਾਡੀ ਨਜ਼ਰ ਦੇ ਵਿੱਚ ਕੌਣ? ਖੂਬਸੂਰਤ ਇਨਸਾਨ ਉਹ ਹੈ, ਉਹ ਸਿੱਖ ਜਿਸ ਨੇ ਗੁਰੂ ਕੀ ਦਾਤ ਨੂੰ ਸੰਭਾਲ ਕੇ ਰੱਖਿਆ ਹੈ। ਤੇ ਬਦਸੂਰਤ ਇਨਸਾਨ ਕੌਣ ਹੈ? ਕਹਿਣ ਲੱਗਾ ਉਹ ਇਨਸਾਨ ਜਿਸ ਨੇ ਸਿੱਖ ਦੇ ਘਰ ਦੇ ਵਿੱਚ ਜਨਮ ਤਾਂ ਲਿਆ ਪਰ ਸਿੱਖੀ ਦੀਆਂ ਨਿਸ਼ਾਨੀਆਂ ਕੇਸ ਦਾੜੀ ਸੰਭਾਲ ਕੇ ਨਾ ਰੱਖ ਸਕਿਆ, ਜਿਸ ਨੇ ਕਟਾ ਦਿੱਤੇ, ਕਤਲ ਕਰਾ ਦਿੱਤੇ। ਦੁਨੀਆ ਦਾ ਸਭ ਤੋਂ ਬਦਸੂਰਤ ਇਨਸਾਨ ਹੀ ਉਹ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਕਹਿੰਦੇ ਨੇ? ਕਹਿਣ ਲੱਗੇ ਭਲਿਓ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਹੈ, ਚਾਹੇ ਆਪਣੇ ਪ੍ਰਾਣ ਹੀ ਕਿਉਂ ਨਾ ਚਲੇ ਜਾਣ। ਭਾਈ ਤਾਰੂ ਸਿੰਘ, ਉਹਨਾਂ ਦੀ ਹਿਸਟਰੀ ਪੜ੍ਹ ਕੇ ਦੇਖੀਏ ਕੀ ਭਾਈ ਤਾਰੂ ਸਿੰਘ ਜਿਹੜੇ ਨੇ ਉਹ ਆਪਣੀ ਜਾਨ ਨਹੀਂ ਸੀ ਬਖਸ਼ਵਾ ਸਕਦੇ? ਕੀ ਭਾਈ ਤਾਰੂ ਸਿੰਘ ਜਿਸ ਤਰ੍ਹਾਂ ਉਹ ਇਸਲਾਮ ਧਰਮ ਵਾਲੇ ਜਲਾਦ ਜ਼ਕਰੀਆ ਖਾਨ ਜਿਵੇਂ ਕਹਿ ਰਿਹਾ ਹੈ ਭਾਈ ਤਾਰੂ ਸਿੰਘ ਨੂੰ, ਜੇਕਰ ਉਹਦੀ ਗੱਲ ਮੰਨ ਲੈਂਦੇ ਤੇ ਭਾਈ ਤਾਰੂ ਸਿੰਘ ਦੀ ਜਾਨ ਜਿਹੜੀ ਹੈ ਉਹ ਬਚ ਸਕਦੀ ਸੀ। ਪਰ ਭਾਈ ਤਾਰੂ ਸਿੰਘ ਜੀ ਨੇ ਆਪਣੀ ਜਾਨ ਤੋਂ ਵੀ ਵੱਧ ਕੇ ਪਿਆਰ ਕਿਹਨਾਂ ਨੂੰ ਕੀਤਾ? ਗੁਰੂ ਕੀ ਮੋਹਰ ਕੇਸਾਂ ਨੂੰ। ਕਹਿਣ ਲੱਗੇ ਜਾਨ ਚਲੀ ਜਾਵੇ ਕੋਈ ਪਰਵਾਹ ਨਹੀਂ, ਪਰ ਮੈਂ ਕੇਸ ਕਤਲ ਕਰਵਾ ਕੇ ਗੁਰੂ ਤੋਂ ਬੇਮੁਖ ਨਹੀਂ ਹੋਣਾ ਚਾਹੁੰਦਾ, ਕਿਉਂਕਿ ਇਹ ਗੁਰੂ ਦੀ ਮੋਹਰ ਨੇ ਤੇ ਮੈਂ ਗੁਰੂ ਕੀ ਮੋਹਰ ਨੂੰ ਆਪਣੇ ਸਰੀਰ ਦੇ ਨਾਲੋਂ ਕਦੇ ਜੁਦਾ ਨਹੀਂ ਕਰਵਾ ਸਕਦਾ। ਖੋਪਰੀ ਲਹਾਉਣੀ ਤਾਂ ਉਹਨਾਂ ਨੇ ਪ੍ਰਵਾਨ ਕਰ ਲਈ, ਪਰ ਗੁਰੂ ਦੇ ਨਾਲੋਂ ਬੇਮੁਖ ਨਹੀਂ ਹੋਏ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਇਹਨਾਂ ਦੇ ਸਾਹਮਣੇ ਵੀ ਇਹੀ ਸ਼ਰਤ ਹੈ ਕਿ ਗੁਰੂ ਤੋਂ ਬੇਮੁਖ ਹੋ ਜਾਓ, ਇਸਲਾਮ ਕਬੂਲ ਕਰ ਲਓ, ਕੇਸ ਕਤਲ ਕਰਵਾ ਦਿਓ, ਜਾਨ ਬਖਸ਼ ਦਿੱਤੀ ਜਾਏਗੀ। ਤਿੰਨਾਂ ਨੇ ਮੌਤ ਤਾਂ ਪ੍ਰਵਾਨ ਕਰ ਲਈ, ਪਰ ਗੁਰੂ ਕੀ ਦਾਤ ਕੇਸਾਂ ਨੂੰ ਆਪਣੇ ਸਰੀਰ ਦੇ ਨਾਲੋਂ ਜੁਦਾ ਨਹੀਂ ਹੋਣ ਦਿੱਤਾ। ਭਾਈ ਮਣੀ ਸਿੰਘ ਦੇ ਸਾਹਮਣੇ ਵੀ ਇਹੀ ਸ਼ਰਤ ਹੈ ਕਿ ਭਾਈ ਮਣੀ ਸਿੰਘ ਜਾਂ ਤਾਂ ਤੂੰ ਇਹ ਜੁਰਮਾਨਾ ਭਰ, ਇਸਲਾਮ ਕਬੂਲ ਕਰ ਲੈ, ਕੇਸ ਕਤਲ ਕਰਵਾ ਦੇ, ਤੇ ਜਾਂ ਫਿਰ ਮਰਨ ਵਾਸਤੇ ਤਿਆਰ ਹੋ ਜਾ। ਕਹਿਣ ਲੱਗਾ ਭਾਈ ਮਣੀ ਸਿੰਘ, ਕਹਿਣ ਲੱਗੇ ਕਹਿੰਦੇ ਨਾ ਤਾਂ ਮੈਂ ਜੁਰਮਾਨਾ ਭਰਾਂਗਾ, ਨਾ ਤਾਂ ਮੈਂ ਆਪਣੀ ਸਿੱਖੀ ਤਿਆਗ ਸਕਦਾ, ਗੁਰੂ ਤੋਂ ਬੇਮੁਖ ਕਦੇ ਵੀ ਨਹੀਂ। ਹਾਂ, ਜਿਹੜੀ ਤੁਹਾਡੀ ਤੀਜੀ ਸ਼ਰਤ ਹੈ ਮੌਤ ਵਾਲੀ, ਉਹ ਮੈਨੂੰ ਪ੍ਰਵਾਨ ਹੈ। ਮੌਤ ਪ੍ਰਵਾਨ ਹੈ, ਪਰ ਗੁਰੂ ਤੋਂ ਬੇਮੁਖ ਹੋਣਾ, ਗੁਰੂ ਦੀ ਦਾਤ ਨੂੰ ਆਪਣੇ ਸਰੀਰ ਦੇ ਨਾਲੋਂ ਜੁਦਾ ਕਰਨਾ, ਇਹ ਕਦੇ ਵੀ ਪ੍ਰਵਾਨ ਨਹੀਂ। ਗੁਰੂ ਕੇ ਸਿੱਖਾਂ ਨੇ ਇਹਨਾਂ ਕੇਸਾਂ ਦੀ ਮਹੱਤਤਾ ਨੂੰ, ਗੁਰੂ ਕੀ ਇਸ ਮੋਹਰ ਦੀ ਕੀਮਤ ਨੂੰ ਪਹਿਚਾਣਦਿਆਂ ਹੋਇਆਂ ਆਪਣਾ ਆਪ ਤਾਂ ਕੁਰਬਾਨ ਕਰ ਦਿੱਤਾ, ਪਰ ਗੁਰੂ ਤੋਂ ਬੇਮੁਖ ਨਹੀਂ ਹੋਏ। ਉਹਨਾਂ ਨੇ ਇਹਨਾਂ ਕੇਸਾਂ ਦੀ ਸੰਭਾਲ ਪੂਰਨ ਤੌਰ ਤੇ ਕੀਤੀ। ਤੇ ਯਾਦ ਰਹੇ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲਦੇ ਨੇ ਰਾਤ ਨੂੰ, ਸਿੰਘਾਂ ਨੇ ਪਹਿਲਾਂ ਬੇਨਤੀ ਕੀਤੀ ਸਤਿਗੁਰਾਂ ਦੇ ਸਨਮੁਖ, ਕਹਿਣ ਲੱਗੇ ਪਾਤਸ਼ਾਹ ਜੀ ਤੁਸੀਂ ਗੜੀ ਛੱਡ ਕੇ ਚਲੇ ਜਾਓ, ਤੁਸੀਂ ਹੋਵੋਗੇ ਤੇ ਸਿੰਘ ਇਕੱਠੇ ਕਰਕੇ
ਇੱਕ ਫੌਜ ਤਿਆਰ ਕੀਤੀ ਜਾ ਸਕਦੀ ਹੈ, ਪਰ ਜੇਕਰ ਕੱਲ ਨੂੰ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਏ, ਕਿਉਂਕਿ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਕੱਲ ਨੂੰ ਸਤਿਗੁਰੂ ਜੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਜ਼ਾਲਮਾਂ ਦਾ ਸਾਹਮਣਾ ਕਰਨਗੇ, ਲੜਨਗੇ ਮੈਦਾਨ ਦੇ ਵਿੱਚ ਜਾ ਕੇ। ਸਿੱਖਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਪਾਤਸ਼ਾਹ ਜੀ ਬੇਨਤੀ ਇਹ ਹੈ ਕਿ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ, ਤੁਸੀਂ ਹੋਵੋਗੇ ਤੇ ਸਿੰਘ ਇਕੱਠੇ ਕਰਕੇ ਫੌਜ ਤਿਆਰ ਕੀਤੀ ਜਾ ਸਕਦੀ ਹੈ, ਇਸ ਜ਼ੁਲਮ ਦੇ ਨਾਲ ਦੁਬਾਰਾ ਟਾਕਰਾ ਕੀਤਾ ਜਾ ਸਕਦਾ ਹੈ। ਸਤਿਗੁਰਾਂ ਨੇ ਇਨਕਾਰ ਕੀਤਾ। ਫਿਰ 5 ਸਿੰਘਾਂ ਨੇ ਗੁਰੂ ਰੂਪ ਹੋ ਕੇ ਸਤਿਗੁਰਾਂ ਨੂੰ ਹੁਕਮ ਲਗਾਇਆ ਕਿ ਗੋਬਿੰਦ ਸਿੰਘ, ਤੈਨੂੰ ਪੰਥ ਗੁਰੂ ਹੁਕਮ ਲਗਾਉਂਦਾ ਹੈ ਕਿ ਤੂੰ ਚਮਕੌਰ ਦੀ ਗੜੀ ਛੱਡ ਕੇ ਚਲਾ ਜਾ। ਸਤਿਗੁਰਾਂ ਨੇ ਜਾਣਾ ਪ੍ਰਵਾਨ ਕੀਤਾ, ਗਏ। ਤੇ ਜਦੋਂ ਜਾਣ ਲੱਗੇ ਚਮਕੌਰ ਦੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਤੇ ਪਹਿਨਿਆ ਹੋਇਆ ਜੋੜਾ ਸਤਿਗੁਰਾਂ ਨੇ ਉਤਾਰ ਦਿੱਤਾ। ਜੋੜਾ ਮਤਲਬ ਜੀ ਸ਼ੂਜ਼, ਜੋ ਵੀ ਸਤਿਗੁਰਾਂ ਨੇ ਸਲੀਪਰਸ ਜਾਂ ਸ਼ੂਜ਼ ਪਹਿਨੇ ਹੋਏ ਸੀ, ਸਤਿਗੁਰਾਂ ਨੇ ਉਹ ਉਤਾਰ ਦਿੱਤੇ। ਸਿੱਖਾਂ ਨੇ ਕਿਹਾ ਪਾਤਸ਼ਾਹ ਜੀ ਪਹਿਨ ਲਓ, ਰਸਤਾ ਬੜਾ ਡਿਫਿਕਲਟ ਹੋਏਗਾ, ਕੰਕਰ ਹੋਣਗੇ, ਪੱਥਰ ਹੋਣਗੇ, ਪੈਰਾਂ ਦੇ ਵਿੱਚ ਵੱਜਣਗੇ, ਕੰਡੇ ਵੱਜਣਗੇ ਪੈਰਾਂ 'ਚ। ਸਤਿਗੁਰਾਂ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਭਾਈ ਸਿੱਖੋ, ਇਸ ਮੈਦਾਨੇ ਜੰਗ ਦੇ ਵਿੱਚ ਮੇਰੇ ਖਾਲਸੇ ਜਿਹੜੇ ਨੇ ਉਹ ਲੜਦੇ ਹੋਏ ਸ਼ਹੀਦ ਹੋਏ ਨੇ, ਉਹਨਾਂ ਦੇ ਕੇਸ ਇਸ ਜੰਗ ਦੇ ਮੈਦਾਨ ਦੇ ਵਿੱਚ ਖਿਲਰੇ ਹੋਣਗੇ, ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੈਰ ਮੇਰੇ ਖਾਲਸੇ ਦੇ ਕੇਸਾਂ ਦੇ ਉੱਤੇ ਆਣ ਕੇ ਉਹਨਾਂ ਕੇਸਾਂ ਦੀ ਬੇਅਦਬੀ ਹੋਵੇ। ਮੈਂ ਇਹ ਕਦੇ ਵੀ ਪ੍ਰਵਾਨ ਨਹੀਂ ਕਰਾਂਗਾ ਕਿ ਜਿਹੜੇ ਕੇਸ ਜਿਨ੍ਹਾਂ ਨੂੰ ਮੈਂ ਗੁਰੂ ਕੀ ਮੋਹਰ ਕਿਹਾ ਏ, ਜਿਹੜੇ ਮੈਨੂੰ ਸਭ ਤੋਂ ਪਿਆਰੇ ਨੇ, ਉਹਨਾਂ ਦੀ ਬੇਅਦਬੀ ਮੈਂ ਆਪਣੇ ਪੈਰਾਂ ਦੇ ਨਾਲ ਕਰਾਂ। ਸਤਿਗੁਰਾਂ ਨੇ ਜੋੜਾ ਉਤਾਰਿਆ, ਨੰਗੇ ਪੈਰੀ ਉੱਥੋਂ ਚੱਲਦੇ ਨੇ। ਤੇ ਜਿਹੜੇ ਗੁਰੂ ਸਾਹਿਬ ਆਪ ਕੇਸਾਂ ਦੀ ਇੰਨੀ ਰਿਸਪੈਕਟ ਕਰਦੇ ਨੇ, ਹਰ ਇੱਕ ਸਿੱਖ ਨੂੰ ਕਿਤੇ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਉਸ ਟਾਈਮ ਤੇ ਜਦੋਂ ਇਹਨਾਂ ਕੇਸਾਂ ਨੂੰ ਆਪਣੇ ਸਰੀਰ ਦੇ ਨਾਲੋਂ ਉਹ ਕੱਟਣ ਲੱਗਦਾ ਹੈ। ਐਸੀ ਦਾਤ ਸਤਿਗੁਰਾਂ ਨੇ, ਉਸ ਪ੍ਰਮਾਤਮਾ ਨੇ ਸਾਡੀ ਝੋਲੀ ਦੇ ਵਿੱਚ ਪਾਈ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਹਰ ਇੱਕ ਸਿੱਖ ਦਾ ਪੂਰਨ ਤੌਰ ਤੇ ਫਰਜ਼ ਬਣਦਾ ਹੈ। ਜੇਕਰ ਸਿੱਖ ਹਾਂ ਤੇ ਸਾਨੂੰ ਇਸ ਬਚਨ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਕਮਾਉਣਾ ਚਾਹੀਦਾ ਹੈ। ਪਾਤਸ਼ਾਹ ਜੀ ਕਹਿੰਦੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਉਣੀ, ਕੇਸਾਂ ਨੂੰ ਗੁਰੂ ਸਮਾਨ ਜਾਣ, ਅਦਬ ਕਰਨਾ, ਰਿਸਪੈਕਟ ਕਰਨੀ ਹੈ ਇਹਨਾਂ ਕੇਸਾਂ ਦੀ ਗੁਰੂ ਦੇ ਬਰਾਬਰ ਜਾਣ ਕੇ। ਕੇਸ ਗੁਰੂ ਦੀ ਦਿੱਤੀ ਹੋਈ ਦਾਤ ਨੇ, ਇਹਨਾਂ ਦੀ ਸੰਭਾਲ ਜ਼ਰੂਰੀ ਹੈ। ਸਤਿਗੁਰੂ ਜੀ ਕਹਿੰਦੇ ਭਲਿਓ, ਜਦੋਂ ਆਪਾਂ ਰਹਿਤ ਮਰਿਆਦਾ ਪੜ੍ਹਦੇ ਹਾਂ, ਰਹਿਤ ਮਰਿਆਦਾ ਦੇ ਵਿੱਚ ਇਹ ਰਹਿਤ ਦਾ ਇੱਕ ਹਿੱਸਾ ਬਣਾ ਦਿੱਤਾ ਗਿਆ ਕਿ ਜੀ ਕੇਸ ਕਤਲ ਨਹੀਂ ਕਰਵਾਉਣੇ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਹੈ, ਕੇਸ ਕਤਲ ਕਰਵਾਉਂਦਾ ਹੈ, ਕਟਵਾਉਂਦਾ ਹੈ, ਉਹ ਸਿੱਖ ਹੋ ਹੀ ਨਹੀਂ ਸਕਦਾ। ਉਹਨੂੰ ਤਨਖਾਹੀਆ ਕਿਹਾ ਜਾਂਦਾ ਹੈ ਜੀ। ਜਿਹੜਾ ਕੇਸਾਂ ਦੀ ਬੇਅਦਬੀ ਕਰਦਾ ਉਹ ਸਿੱਖਾਂ ਦੀ ਕੈਟੇਗਰੀ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ। ਤੇ ਜੇਕਰ ਅਸੀਂ ਗੁਰੂ ਦੇ ਸਿੱਖ ਕਹਾਉਂਦੇ ਆ, ਜਾਂ ਸਾਨੂੰ ਇਹ ਇੱਛਾ ਹੈ ਕਿ ਅਸੀਂ ਗੁਰੂ ਕੇ ਸਿੱਖ ਕਹਾਈਏ, ਤੇ ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਇਸ ਗੱਲ ਨੂੰ ਜਾਣ ਲਓ ਕਿ ਇਹ ਕੇਸ ਚਾਹੇ ਔਰਤ ਹੈ ਚਾਹੇ ਮਰਦ, ਸਰੀਰ ਦੇ ਕਿਸੇ ਵੀ ਹਿੱਸੇ ਦੇ ਉੱਤੇ ਜਿਹੜੇ ਸਾਡੇ ਕੇਸ ਨੇ, ਇਹਨਾਂ ਦੀ ਬੇਅਦਬੀ ਕਰਨਾ ਗੁਰੂ ਦੀ ਬੇਅਦਬੀ ਕਰਨ ਦੇ ਬਰਾਬਰ ਹੋਏਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਰਹੇ ਨੇ, ਕਹਿਣ ਲੱਗੇ ਸਿੱਖੀ ਜਿਹੜੀ ਹੈ ਉਹ ਕੇਸਾਂ ਤੇ ਸੁਆਸਾਂ ਸੰਗ ਨਿਭੇ। ਇਹ ਹਮੇਸ਼ਾ ਅਰਦਾਸ ਸਾਡੀ ਹੋਣੀ ਚਾਹੀਦੀ ਹੈ ਕਿ ਮੇਰੇ ਮਾਲਕ ਕਿਰਪਾ ਕਰੀ, ਮੇਰੀ ਸਿੱਖੀ ਜਿਹੜੀ ਹੈ ਉਹ ਕੇਸਾਂ ਸੁਆਸਾਂ ਸੰਗ ਨਿਭ ਜਾਏ। ਸਿੱਖਾਂ ਨੇ ਤਾਂ ਉਸ ਸਮੇਂ ਇਹਨਾਂ ਕੇਸਾਂ ਨੂੰ ਨਹੀਂ ਤਿਆਗਿਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਗਏ। ਸਿੱਖਾਂ ਨੂੰ ਖਤਮ ਕਰਨ ਵਾਸਤੇ ਮੀਰ ਮਨੂ ਵਰਗਿਆਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ। ਜਿੱਥੇ ਵੀ ਕੋਈ ਸਿੱਖ ਨਜ਼ਰ ਆਉਂਦਾ ਸੀ, ਉਹਦਾ ਸਿਰ ਕਲਮ ਕਰਕੇ, ਸਿਰ ਕੱਟ ਕੇ, ਜਿਹੜਾ ਮੀਰ ਮਨੂ ਸੀ ਉਹਦੇ ਅੱਗੇ ਪੇਸ਼ ਕਰਕੇ ਇਨਾਮ ਲਏ ਜਾਂਦੇ ਸੀ। ਇੰਨਾ ਔਖਾ ਸਮਾਂ ਆਇਆ, ਉਸ ਔਖੇ ਸਮੇਂ ਦੇ ਵਿੱਚ ਵੀ ਸਿੱਖਾਂ ਨੇ ਆਪਣੀ ਸਿੱਖੀ ਦੀ ਮੋਹਰ ਜਿਹੜੀ ਹੈ, ਕੇਸ, ਉਹਨੂੰ ਸੰਭਾਲ ਕੇ ਰੱਖਿਆ। ਮੀਰ ਮਨੂ ਦੀ ਕੈਦ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹ ਚੱਕੀ ਪੀਸ ਰਹੀਆਂ ਨੇ, ਗ੍ਰਾਈਂਡਿੰਗ ਵੀਲ, ਆਟਾ ਪੀਸਦੀਆਂ ਪਈਆਂ ਨੇ। ਆਟਾ ਪੀਂਦੀਆਂ ਹੋਈਆਂ ਵੀ ਉਸ ਗੁਰੂ ਦੀ ਯਾਦ ਵਿੱਚ ਜੁੜੀਆਂ ਨੇ। ਹਰ ਪਲ ਅਰਦਾਸ ਹੈ ਕਿ ਮੇਰੇ ਮਾਲਕ ਕਿਰਪਾ ਕਰੀ, ਸਿੱਖੀ ਕਿਤੇ ਕੇਸਾਂ ਸੁਆਸਾਂ ਸੰਗ ਨਹੀਂ ਬਜਾਏ। ਛੋਟੇ ਛੋਟੇ ਬੱਚੇ ਜਿਹੜੇ ਗੋਦ ਦੇ ਵਿੱਚ ਨੇ, ਅਜੇ ਜਿਹੜੇ ਮਾਂ ਦਾ ਦੁੱਧ ਪੀ ਰਹੇ ਨੇ, ਛੋਟੇ ਬੱਚੇ, ਉਹਨਾਂ ਛੋਟੇ ਬੱਚਿਆਂ ਨੂੰ ਗੋਦ ਦੇ ਵਿੱਚੋਂ ਉਠਾ ਕੇ ਉਹਨਾਂ ਨੂੰ ਹਵਾ ਦੇ ਵਿੱਚ ਉੱਪਰ ਸੁੱਟਿਆ ਜਾਂਦਾ ਤੇ ਥੱਲੇ ਨੇਜਾ ਕਰ ਦਿੱਤਾ ਜਾਂਦਾ, ਸਪੇਅਰ ਨੇਜਾ ਕਰ ਦਿੱਤਾ ਜਾਂਦਾ, ਤੇ ਉਸ ਨੇਜੇ ਦੇ ਵਿੱਚ ਉਸ ਛੋਟੇ ਬੱਚੇ ਨੂੰ ਪਰੋ ਦਿੱਤਾ ਜਾਂਦਾ, ਖਤਮ ਕਰ ਦਿੱਤਾ ਜਾਂਦਾ, ਸ਼ਹੀਦ ਕਰ ਦਿੱਤਾ ਜਾਂਦਾ। ਉਸ ਨੇਜੇ ਦੇ ਵਿੱਚ ਪਰੋ ਕੇ ਉਸ ਛੋਟੇ ਬੱਚੇ ਦੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਇੱਕ ਹਾਰ ਬਣਾ ਕੇ
ਮਾਂ ਦੇ ਗਲ ਦੇ ਵਿੱਚ ਪਾ ਦਿੱਤਾ ਜਾਂਦਾ। ਇਹ ਸਭ ਕੁਝ ਮਾਵਾਂ ਨੇ ਬਰਦਾਸ਼ਤ ਕੀਤਾ। ਇਹ ਸਭ ਕੁਝ ਬਰਦਾਸ਼ਤ ਕਰਨ ਦੇ ਬਾਵਜੂਦ ਐਸਾ ਨਹੀਂ ਕਿ ਉਹਨਾਂ ਨੇ ਆਪਣਾ ਆਪ ਗੁਰੂ ਤੋਂ ਬੇਮੁਖ ਕਰਨ ਬਾਰੇ ਕੁਝ ਸੋਚਿਆ ਹੋਵੇ, ਜਾਂ ਉਹਨਾਂ ਨੇ ਸਿੱਖੀ ਤਿਆਗਣ ਬਾਰੇ ਉਹਨਾਂ ਦੇ ਮਨ ਦੇ ਵਿੱਚ ਕਿਤੇ ਖਿਆਲ ਵੀ ਆਇਆ ਹੋਵੇ। ਮਾਂ ਨੇ ਆਪਣੇ ਗਲ ਦੇ ਵਿੱਚ ਬੱਚੇ ਦੇ ਜਿਹੜੇ ਟੋਟੇ ਨੇ ਉਹਨਾਂ ਦਾ ਹਾਰ ਤਾਂ ਪਵਾਉਣਾ ਪ੍ਰਵਾਨ ਕਰ ਲਿਆ, ਪਰ ਜਿਹੜੀ ਗੁਰੂ ਕੀ ਮੋਹਰ ਕੇਸ ਨੇ, ਸਿੱਖੀ ਹੈ, ਉਸ ਨੂੰ ਤਿਆਗਣ ਵਾਸਤੇ ਕਦੇ ਵੀ ਉਹ ਤਿਆਰ ਨਹੀਂ ਹੋਈ। ਇੰਨੇ ਤਸੀਹੇ, ਇੰਨੇ ਜ਼ੁਲਮ ਤਾਂ ਉਹਨੇ ਆਪਣੇ ਸਰੀਰ ਦੇ ਉੱਤੇ ਬਰਦਾਸ਼ਤ ਕਰ ਲਏ। ਇਹ ਸਭ ਕੁਝ ਬਰਦਾਸ਼ਤ ਕਰਕੇ ਵੀ ਇਹੀ ਅਰਦਾਸ ਗੁਰੂ ਚਰਨਾਂ ਦੇ ਵਿੱਚ, ਮੇਰੇ ਮਾਲਕ ਕਿਰਪਾ ਕਰ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ। ਤੇ ਸਾਧ ਸੰਗਤ, ਜੇ ਸਾਡੇ ਵੱਡੇ ਵਡੇਰੇ ਇੰਨੇ ਮੁਸ਼ਕਲ ਭਰੇ ਸਮੇਂ ਦੇ ਵਿੱਚ ਗੁਰੂ ਕੀ ਮੋਹਰ ਨੂੰ ਸੰਭਾਲ ਕੇ ਰੱਖ ਸਕਦੇ ਨੇ, ਤੇ ਅੱਜ ਸਾਡੇ ਸਿਰ ਦੇ ਉੱਤੇ ਕੋਈ ਤਲਵਾਰ ਨਹੀਂ ਲਟਕ ਰਹੀ ਕਿ ਜੇਕਰ ਅਸੀਂ ਇਹਨਾਂ ਕੇਸਾਂ ਨੂੰ ਨਾ ਕਟਵਾਇਆ ਤੇ ਸਾਡਾ ਕੋਈ ਕਤਲ ਕਰ ਦਿੱਤਾ ਜਾਏਗਾ। ਨਹੀਂ, ਅੱਜ ਤਾਂ ਸਮਾਂ ਹੀ ਬੜਾ ਈਜ਼ੀ ਹੈ। ਅੱਜ ਤਾਂ ਸਮਾਂ ਹੀ ਐਸਾ ਹੈ ਕਿ ਜਿਸ ਦੇਸ਼ ਦੇ ਵਿੱਚ ਆਪਾਂ ਰਹਿ ਰਹੇ ਹਾਂ, ਇੱਥੇ ਤਾਂ ਸਰਕਾਰ ਹੀ ਬੜੀ ਚੰਗੀ ਹੈ ਵਿਚਾਰੀ, ਉਹ ਤਾਂ ਹਰ ਇੱਕ ਧਰਮ ਦਾ ਸਤਿਕਾਰ ਕਰਦੀ ਹੈ। ਤੇ ਸਾਡਾ ਫਰਜ਼ ਬਣਦਾ ਹੈ ਸਿੱਖ ਹੋਣ ਦੇ ਨਾਤੇ ਗੁਰੂ ਕੇ ਇਹਨਾਂ ਬਚਨਾਂ ਨੂੰ, ਗੁਰੂ ਕੇ ਇਹਨਾਂ ਹੁਕਮਾਂ ਨੂੰ ਆਪਣੇ ਜੀਵਨ ਦੇ ਵਿੱਚ ਅਡਾਪਟ ਕਰੀਏ। ਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਕਰੀਏ ਕਿ ਮੇਰੇ ਮਾਲਕ ਕਿਰਪਾ ਕਰ, ਜਿਸ ਤਰ੍ਹਾਂ ਉਸ ਵਿਖੜੇ, ਉਸ ਔਖੇ ਸਮੇਂ ਦੇ ਵਿੱਚ ਸਿੱਖਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਆਪਣਾ ਆਪ ਨਾ ਕੁਰਬਾਨ ਕਰ ਦਿੱਤਾ, ਪਰ ਗੁਰੂ ਕੀ ਮੋਹਰ ਕੇਸਾਂ ਨੂੰ ਆਪਣੇ ਤੋਂ ਅਲੱਗ ਨਹੀਂ ਹੋਣ ਦਿੱਤਾ। ਰਹਿਮਤ ਕਰੋ ਕਿਤੇ ਸਾਡੀ ਵੀ ਸਿੱਖੀ ਜਿਹੜੀ ਹੈ ਉਹ ਕੇਸਾਂ ਸਵਾਸਾਂ ਸੰਗ ਨਿਭ ਜਾਏ। ਅਸੀਂ ਵੀ, ਸਾਡੇ ਅੰਦਰ ਵੀ ਐਸੀ ਭਾਵਨਾ ਪੈਦਾ ਹੋ ਜਾਏ ਕਿ ਇਹਨਾਂ ਕੇਸਾਂ ਨੂੰ ਅਸੀਂ ਗੁਰੂ ਦੇ ਸਮਾਨ ਜਾਣ ਕੇ ਅਦਬ ਕਰੀਏ, ਸਤਿਕਾਰ ਕਰੀਏ। ਜਿੱਥੇ ਗੁਰੂ ਦਾ ਸਤਿਕਾਰ ਕਰਦੇ ਆ, ਉੱਥੇ ਇਹਨਾਂ ਕੇਸਾਂ ਦਾ ਵੀ ਆਪਾਂ ਸਤਿਕਾਰ ਕਰੀਏ। ਇਹਨਾਂ ਕੇਸਾਂ ਦੇ ਨਾਲ ਖਿਲਵਾੜ ਕਰਨਾ, ਇਹਨਾਂ ਕੇਸਾਂ ਦੀ ਬੇਅਦਬੀ ਕਰਨੀ ਛੱਡ ਦਈਏ, ਕਿਉਂਕਿ ਇਹ ਗੁਰੂ ਕੇ ਕੇਸ ਬੜੇ ਪਵਿੱਤਰ ਨੇ। ਇਹਨਾਂ ਪਵਿੱਤਰ ਕੇਸਾਂ ਨੂੰ ਕਿਸੇ ਐਸੇ ਇਨਸਾਨ ਦੇ ਹੱਥ ਨਹੀਂ ਲੱਗਣੇ ਚਾਹੀਦੇ ਜਿਹੜਾ ਇਨਸਾਨ ਤਮਾਕੂ ਨੋਸ਼ੀ ਕਰਦਾ ਹੋਵੇ। ਯਾਦ ਰਹੇ, ਬੜਾ ਖਿਆਲ ਰੱਖਣਾ ਪਏਗਾ। ਜੇਕਰ ਅਸੀਂ ਇਹ ਬਾਹਰ ਗੁਰਦੁਆਰੇ ਦੀ ਜਿਹੜੀ ਬਿਲਡਿੰਗ ਹੈ ਗੁਰੂ ਘਰ ਦੀ, ਉਹਦੇ ਬਾਹਰ ਲਗਾਇਆ ਹੁੰਦਾ ਨਾ ਕਿ ਕੋਈ ਵੀ ਅਲਕੋਹਲ ਜਾਂ ਤੰਬਾਕੂ ਜਿਹੜਾ ਪਦਾਰਥ ਹੈ ਉਹ ਲੈ ਕੇ ਅੰਦਰ ਨਹੀਂ ਆਣਾ, ਕਿਉਂਕਿ ਪਵਿੱਤਰਤਾ ਨੂੰ, ਪਿਓਰਿਟੀ ਨੂੰ ਮੁੱਖ ਰੱਖਦਿਆਂ ਹੋਇਆਂ। ਤੇ ਨਾਲ ਦੀ ਨਾਲ ਇਹ ਵੀ ਜ਼ਰੂਰੀ ਹੈ ਕਿ ਜਿਸ ਕਿਸੇ ਨੇ ਤੰਬਾਕੂ ਨੋਸ਼ੀ ਕੀਤੀ ਹੋਵੇ, ਜਿਹੜਾ ਗੁਰੂ ਕਾ ਸਿੱਖ ਹੀ ਨਹੀਂ, ਜਿਸ ਨੂੰ ਕੇਸਾਂ ਦੀ ਅਹਿਮੀਅਤ ਦਾ ਨਹੀਂ ਪਤਾ, ਸਤਿਗੁਰੂ ਜੀ ਕਹਿੰਦੇ ਐਸੇ ਇਨਸਾਨ ਦੇ ਕੇਸਾਂ ਨੂੰ ਹੱਥ ਵੀ ਨਹੀਂ ਲੱਗਣੇ ਚਾਹੀਦੇ। ਸੋ ਸਤਿਗੁਰਾਂ ਨੇ ਜੋ ਇਹ 5 ਬਚਨ ਸਾਡੀ ਝੋਲੀ ਦੇ ਵਿੱਚ ਪਾਏ ਨੇ, ਸਤਿਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਕਿ ਬਚਨ ਕਰਕੇ ਪਾਲਣਾ। ਜੇ ਵਾਅਦਾ ਕੀਤਾ ਹੈ, ਪ੍ਰੋਮਿਸ ਕੀਤਾ ਹੈ, ਤੇ ਉਹ ਪੂਰਾ ਕਰਨਾ ਹੈ, ਚਾਹੇ ਉਹਦੇ ਵਾਸਤੇ ਆਪਣਾ ਸਰੀਰ ਹੀ ਕਿਉਂ ਨਾ ਕੁਰਬਾਨ ਕਰਨਾ ਪੈ ਜਾਏ। ਅਤਿਥੀ, ਪਰਦੇਸੀ, ਲੋੜਵੰਦ, ਦੁਖੀ, ਅਪੰਗ ਮਨੁੱਖ ਮਾਤਰ ਦੀ ਜਥਾ ਸ਼ਕਤ ਸੇਵਾ ਕਰਨੀ। ਜਿੱਥੋਂ ਤੱਕ ਹੋ ਸਕੇ ਕਿਸੇ ਲੋੜਵੰਦ ਦੀ, ਪਰਦੇਸੀ ਦੀ ਹੈਲਪ ਜ਼ਰੂਰ ਕਰਨੀ ਹੈ, ਕਿਉਂਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੋਏਗਾ। ਖਿਆਲ ਰੱਖਿਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇੱਕ ਸਿੱਖ ਨੇ ਸ਼ਹਿਦ ਭੇਟਾ ਕੀਤਾ ਸੀ। ਬੜਾ ਕਮਾਲ ਦਾ ਸ਼ਹਿਦ ਲੈ ਕੇ ਗਿਆ ਗੁਰੂ ਸਾਹਿਬ ਵਾਸਤੇ ਕਸ਼ਮੀਰ ਦੀ ਧਰਤੀ ਤੇ, ਪਰ ਰਸਤੇ ਵਿੱਚ ਇੱਕ ਸਿੱਖ ਨੂੰ ਥੋੜੀ ਖੰਘ, ਕਫ ਲੱਗ ਗਈ। ਉਸ ਸਿੱਖ ਨੇ ਉਹਦੇ ਕੋਲੋਂ ਸ਼ਹਿਦ ਮੰਗਿਆ, ਇਨਕਾਰ ਕਰ ਦਿੱਤਾ। ਕਹਿਣ ਲੱਗਾ ਮੈਂ ਇਹ ਗੁਰੂ ਵਾਸਤੇ ਲੈ ਕੇ ਜਾ ਰਿਹਾ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਲੈ ਕੇ ਜਾ ਰਿਹਾ। ਪਰ ਜਦੋਂ ਉਹ ਸ਼ਹਿਦ ਗੁਰੂ ਸਾਹਿਬਾਂ ਦੇ ਸਾਹਮਣੇ ਜਾ ਕੇ ਭੇਟਾ ਕੀਤਾ, ਤੇ ਸਤਿਗੁਰਾਂ ਨੇ ਜਦੋਂ ਉਸ ਸ਼ਹਿਦ ਦਾ ਬਾਕਸ ਜਿਹੜਾ ਸੀ ਉਸ ਨੂੰ ਓਪਨ ਕਰਵਾਇਆ, ਤੇ ਉਸ ਸ਼ਹਿਦ ਦੇ ਵਿੱਚ ਸ਼ਹਿਦ ਨਹੀਂ, ਉਹਦੇ ਵਿੱਚ ਕੀੜੇ ਪੈ ਚੁੱਕੇ ਸਨ। ਤੇ ਸਤਿਗੁਰਾਂ ਨੇ ਉੱਥੇ ਫਿਰ ਕਿਹਾ, ਕਹਿਣ ਲੱਗੇ ਭਾਈ ਸਿੱਖਾ, ਜਦੋਂ ਅਸੀਂ ਤੇਰੇ ਕੋਲੋਂ ਰਸਤੇ ਵਿੱਚ ਮੰਗਿਆ ਸੀ ਉਦੋਂ ਤੂੰ ਇਨਕਾਰ ਕਰ ਦਿੱਤਾ। ਜਿਹੜਾ ਸ਼ਹਿਦ ਮੇਰੇ ਸਿੱਖ ਦੇ ਕੰਮ ਨਹੀਂ, ਉਹ ਸਾਨੂੰ ਵੀ ਪ੍ਰਵਾਨ ਨਹੀਂ। ਸੋ ਸਤਿਗੁਰਾਂ ਦਾ ਇਹ ਬਚਨ ਕਿ ਹਰ ਇੱਕ ਦੁਖੀ, ਲੋੜਵੰਦ, ਅਪੰਗ ਮਨੁੱਖ ਦੀ ਜਥਾ ਸ਼ਕਤ ਸੇਵਾ ਕੀਤੀ ਜਾਵੇ, ਉਹਦੀ ਲੋੜ ਪੂਰੀ ਕੀਤੀ ਜਾਵੇ। ਕਹਿੰਦੇ ਪੁੱਤਰੀ ਦਾ ਧਨ ਬਿਖ ਕਰ ਜਾਣਨਾ, ਦਾਜ ਵਰਗੀ ਲਾਹਨਤ ਤੋਂ ਦੂਰ ਰਹਿਣਾ ਹੈ। ਬੇਟੀ ਦਾ ਧਨ ਪੋਇਜ਼ਨ ਦੇ ਸਮਾਨ ਹੈ ਜੀ। ਤੇ 46ਵਾਂ ਬਚਨ ਕਿ ਦਿਖਾਵੇ ਦਾ ਸਿੱਖ ਨਹੀਂ ਬਣਨਾ, ਸਿੱਖ ਬਣਨਾ ਹੈ ਸਿੱਧਕੀ, ਭਰੋਸੇ ਵਾਲਾ। ਵਿਖਾਵਾ ਨਹੀਂ ਜੀਵਨ ਦੇ ਵਿੱਚ ਕਰਨਾ, ਵਿਖਾਵਾ ਗੁਰੂ ਨੂੰ ਪ੍ਰਵਾਨ ਨਹੀਂ। ਸਤਿਗੁਰੂ ਜੀ 47ਵਾਂ ਬਚਨ ਕਰਦੇ ਨੇ, ਕਹਿੰਦੇ ਸਿੱਖੀ ਕੇਸਾਂ ਸੰਗ ਨਿਭਾਉਣੀ, ਕੇਸਾਂ ਸਵਾਸਾਂ ਸੰਗ ਨਿਭਾਉਣੀ। ਕੇਸਾਂ ਨੂੰ ਗੁਰੂ ਸਮਾਨ ਜਾਣ, ਅਦਬ ਕਰਨਾ। ਗੁਰੂ ਕੀ ਮੋਹਰ ਕੇਸਾਂ ਨੂੰ ਆਪਣੇ ਸਰੀਰ ਤੋਂ, ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਨਾ ਤੇ ਇਹਨਾਂ ਦੀ ਸੰਭਾਲ ਕਰਨੀ।
ਹਰ ਸਿੱਖ ਦਾ ਫਰਜ਼ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਜਿਹੜੇ 5 ਬਚਨ ਅੱਜ ਸਾਡੀ ਝੋਲੀ ਦੇ ਵਿੱਚ ਸਤਿਗੁਰਾਂ ਨੇ ਪਾਏ ਨੇ, ਇਹ ਕਿਤੇ ਸਾਡੇ ਜੀਵਨ ਦਾ ਹਿੱਸਾ ਬਣ ਸਕਣ, ਤਾਂ ਕਿ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਅਸੀਂ ਪ੍ਰਵਾਨ ਹੋ ਸਕੀਏ ਜੀ। ਜਿਹੜੇ ਬਾਕੀ 5 ਨੇ, ਲਾਸਟ 5 ਬਚਨ ਜਿਹੜੇ ਨੇ, ਉਹ ਅਗਲੇ ਹਫਤੇ ਆਪਾਂ ਇਸੇ ਟਾਈਮ ਤੇ ਵਿਚਾਰਾਂਗੇ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।